ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਲਖ ਲਸ਼ਕਰ ਲਖ ਵਾਜੇ ਨਿਜੇ, ਲਖ ਉਠ ਕਰੈ ਸਲਾਮ। ਲੱਖਾਂ ਉਪਰ ਫਰਮਾਇਸ਼ ਤੇਰੀ, ਲਖ ਉਠ ਰੱਖੈ ਮਾਨ। ਜਾਂ ਪਤ ਲਿਖੈ ਨਾ ਪਵੈ, ਤਾਂ ਸਭ ਨਿਰਾਫਲ ਕਾਮ। ਹਰ ਕੇ ਨਾਮ ਬਿਨਾ ਜਗ ਧੰਦਾ, ਜੇ ਬਹੁਤਾ ਸਮਝਾਈਐ ਭੋਲਾ, ਪੀ ਸੋ ਅੰਦੋ ਅੰਦਾਰਾ। ਲਖ ਖਟੀਐ ਲਖ ਸੰਜੀਐ, ਲਖ ਖਟੀਐ ਲਖ ਸੰਜੀਐ ਖਾਜੈ। ਲਖ ਆਵੈ ਲਖ ਜਾਹੇ, ਜਾਂ ਪਤ ਲਿਖੈ ਨਾ ਪਵੈ, ਤਾਂ ਜੀ ਕਿੱਥੈ ਫਿਰ ਪਾਹੇ। ਲਖ ਸਾਸਤ ਸਮਝਾਵਣੀ, ਲਖ ਪੰਡਤ ਪੜ੍ਹੈ ਪੁਰਾਨ। ਜਾਂ ਪਤ ਲਿਖੈ ਨਾ ਪਵੈ, ਤਾਂ ਸਭੇ ਕੋ ਪਰਵਾਨ। ਸਚ ਨਾਮ ਪਤਿ ਉਪਜੈ, ਕਰਨਮ ਨਾਮ ਕਰਤਾਰ। ਐਨਸ ਹਿਰਦੈ ਜੀ ਵਸੈ, ਨਾਨਕ ਨਦਰੀ ਪਾਰ। ਹਰ ਸੋਈ ਰਾ ਛੱਡ ਕੇ, ਕਰਹਿ ਆਨ ਕੀ ਆਸ। ਤੇ ਨਰ ਦੋਜਕ ਜਾਏਂਗੇ, ਸਤ ਭਾਖੈ ਰਵਿਦਾਸ। ਬਹੁਤ ਜਨਮ ਵਿਛੁਰੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੈ। ਕਹਿ ਰਵਿਦਾਸ ਆਸ ਲਗ ਜੀਓ, ਚਿਰ ਭਇਓ ਦਰਸ਼ਨ ਦੇਖੈ। ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ, ਸਰਵ ਕਲਾ ਭਰਪੂਰ ਸਮਰੱਥ ਗੁਰੂ। ਲੋਕ ਪਰਲੋਕ ਦੇ ਰੱਖਿਅਕ ਭਗਤ ਵਸ਼ਲ, ਗਿਆਨ ਦੇ ਸਾਗਰ ਗੁਰ ਸਾਗਰ ਰਤਨੀ ਭਰਪੂਰੇ। ਗੁਰੂਆਂ ਭਗਤਾਂ ਭੱਟਾਂ ਸਿੱਖਾਂ ਦੀ ਇਲਾਹੀ ਬਾਣੀ, ਬਾਣੀ ਗੁਰੂ ਜੋਤ ਰੂਪ ਵਿੱਚ। ਸਤ ਸਾਜ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੋਹੀ। ਵਾਹਿਗੁਰੂ 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 ਜੀਓ ਦੀ ਜੋਤ। ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸਤ ਸੰਗਤ ਜੀ ਬੈਠੇ ਹੋਏ ਹਾਂ। ਰੋਜ਼ ਰਿਪੀਟ ਕਰੀਦਾ, ਅਸੀਂ ਵਡਭਾਗੇ ਹਾਂ। ਬਿਲਕੁਲ ਰੋਜ਼ ਆਖੀਦਾ ਅਸੀਂ ਵਡਭਾਗੇ ਹਾਂ, ਕਿਉਂਕਿ ਅਸੀਂ ਰੋਜ਼ ਨਿਤ ਜਪੀਏ ਸਾਸ ਗਿਰਾਸ ਨਾਉ ਪਰਵਦਗਾਰ ਦਾ। ਇਸ ਕਰਕੇ ਅਸੀਂ ਵਡਭਾਗੇ ਹਾਂ। ਨਹੀਂ ਤੇ ਸ਼ਬਦ ਆਉਂਦੇ ਨੇ ਵੀ ਧੰਦਾ ਕਰਦਿਆਂ ਜਿਹੜਾ ਨਾ ਜਨਮ ਨਿਕਲ ਜਾਂਦਾ
ਤੇ ਧਾਰਮਿਕ ਜਾਂ ਧਰਮ ਨੂੰ ਬੰਦਾ ਪਹਿਚਾਣਦਾ ਹੀ ਨਹੀਂ। ਧੰਦਾ ਪਿਟੋ ਭਾਈਓ, ਇਹ ਸ਼ਬਦ ਆਉਂਦਾ ਹੈ ਵੀ ਧੰਦਿਆਂ ਦੇ ਵਿੱਚ ਲੱਗ ਕੇ ਧਰਮ ਜਾਂ ਉਸ ਅਕਾਲ ਪੁਰਖ ਦੇ ਬਾਰੇ ਪਤਾ ਹੀ ਨਹੀਂ ਚੱਲਦਾ ਕਿ ਸਮਾਂ ਕਦੋਂ ਲੰਘ ਗਿਆ, ਕਦੋਂ ਬੀਤ ਗਿਆ, ਕਦੋਂ ਮਨੁੱਖ ਬਚਪਨ ਤੋਂ ਜਵਾਨੀ, ਜਵਾਨੀ ਦੇ ਬਾਅਦ ਬੁਢਾਪੇ ਦੇ ਵਿੱਚ ਕਦੋਂ ਪਹੁੰਚ ਗਿਆ ਤੇ ਹੁਣ ਕਦੋਂ ਇਸ ਨੇ ਇਸ ਸੰਸਾਰ ਨੂੰ ਅਲਵਿਦਾ ਕਹਿ ਦੇਣਾ, ਪਤਾ ਨਹੀਂ ਚੱਲਦਾ। ਇਸ ਕਰਕੇ ਉਹ ਦਿਨ ਵਡਭਾਗੈ, ਉਹ ਘੜੀ ਸਫਲ ਹੈ, ਸਫਲ ਮੂਰਤ ਸਫਲਾ ਘੜੀ, ਜਿਤ ਸੱਚੇ ਨਾਲ ਪਿਆਰ। ਦੁਖ ਸੰਤਾਪ ਨਾ ਲੱਗੀ, ਜਿਸ ਹਰ ਕਾ ਨਾਮ ਆਧਾਰ। ਬਾਹਾਂ ਪਕੜ ਗੁਰ ਕਾਢਿਆ, ਸੋਈ ਉਤਰਿਆ ਪਾਰ। ਸੋ ਅਸੀਂ ਸੰਸਾਰ ਸਾਗਰ ਦੇ ਵਿੱਚ ਜਿਹੜੇ ਆ ਉਹ ਚੱਲ ਰਹੇ ਹਾਂ, ਔਰ ਇਸ ਸਾਗਰ ਦੇ ਵਿੱਚੋਂ ਤਰਨ ਦੇ ਲਈ ਸਹਾਰਾ ਹੈ ਨਾਮ ਗੁਰੂ। ਮੈਂ ਅੰਦਲੇ ਕੀ ਟੇਕ ਤੇਰਾ, ਨਾਮ ਖੁੰਦਕਾਰਾ। ਮੈਂ ਗਰੀਬ ਮੈਂ ਮਸਕੀਨ ਤੇਰਾ, ਨਾਮ ਹੈ ਆਧਾਰਾ। ਕਰੀਮਾ ਰਹੀਮਾ ਅੱਲਾਹ, ਤੂੰ ਗਰਨੀ। ਸੋ ਐਸੇ ਗੁਰੂ ਦੇ ਕੋਲ ਆਏ ਹਾਂ ਜੋ ਸਾਨੂੰ ਰਾਹ ਪਾਉਂਦਾ, ਜੋ ਸਾਡੇ ਔਗਣ ਨਹੀਂ ਵੇਖਦਾ, ਜੋ ਸਾਡੇ ਮਾੜੇ ਕਰਮ ਕੱਟ ਕੇ ਫਿਰ ਸਾਨੂੰ ਯੋਗ ਬਣਾ ਦਿੰਦਾ। ਧਿਆਨ ਦੇਣਾ, ਮਾੜੇ ਕਰਮ ਕੱਟ ਕੇ ਫਿਰ ਗੁਰੂ ਯੋਗ ਬਣਾ ਦਿੰਦਾ। ਚੱਲ ਹੁਣ ਚੱਲ, ਮਤਲਬ ਮੌਕਾ ਦੇ ਦਿੰਦਾ, ਚੱਲ ਹੁਣ ਕਰ। ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਆ, ਚੱਲ ਹੁਣ ਤੈਨੂੰ ਮੌਕਾ ਦਿੱਤਾ, ਹੁਣ ਕਰ। ਤੇ ਜੇ ਫਿਰ ਵੀ ਹੁਣ ਨਾ ਕਰੇਗਾ, ਜਿਹੜਾ ਮਨੁੱਖਾ ਜੰਮ ਹੈ ਜਾਂ ਜਨਮ ਹੈ, ਇਹ ਇੱਕ ਮੌਕਾ ਹੈ। ਇਹ ਇੱਕ ਮੌਕਾ ਬਾਣੀ ਦੇ ਵਿੱਚ ਬੜੀ ਵਾਰ ਸੁਣਿਆ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ। ਇਹ ਦੇਹ ਸੰਜਰੀਆ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ। ਇਹ ਦੇਹ ਸੰਜਰੀਆ, ਬੜੇ ਚਿਰਾਂ ਦੇ ਬਾਅਦ ਤੈਨੂੰ ਮੌਕਾ ਜਾਂ ਦੇਹ ਮਿਲੀ ਹੈ, ਜਿਹਨੂੰ ਕਹਿੰਦੇ ਨੇ ਮਨੁੱਖਾ ਜਨਮ। ਮਨੁੱਖਾ ਜਨਮ ਦੇ ਵਿੱਚ ਕੀਤੇ ਹੋਏ ਕਰਮ ਹੀ ਸਾਡੇ ਫਿਊਚਰ ਨੂੰ ਤੈਅ ਕਰਦੇ ਨੇ ਵੀ ਅਸੀਂ ਕੌਣ ਆ, ਕਿੱਥੇ ਜਾਣਾ, ਕਿੱਥੇ ਬੈਠਣਾ, ਕੀ ਪ੍ਰਾਪਤ ਕਰਨਾ। ਇਸ ਕਰਕੇ ਮਨੁੱਖ ਜਿਹੜੇ ਕਰਮ ਕਰਦਾ ਹੈ, ਉਹਦੇ ਮੁਤਾਬਕ ਹੀ ਅਗਲਾ ਸਮਾਂ, ਅਗਲਾ ਜਾਂ ਜਨਮ ਕਹਿ ਦਈਏ, ਉਹ ਜਿਹੜਾ ਹੈ ਤੈਅ ਹੁੰਦਾ। ਬਾਕੀ ਦੁਨੀਆ ਦੇ ਵਿੱਚ ਜਿਵੇਂ ਪਸ਼ੂ ਨੇ, ਪੰਛੀ ਨੇ, ਉਹ ਵੀ ਸਾਨੂੰ ਬਹੁਤ ਜ਼ਿਆਦਾ ਮਤਲਬ ਕਈ ਤਰ੍ਹਾਂ ਦੀਆਂ ਚੀਜ਼ਾਂ ਦਿੰਦੇ ਨੇ, ਸਹੂਲਤਾਂ ਦਿੰਦੇ ਨੇ, ਪਰ ਉਹਨਾਂ ਦੇ ਕੀਤੇ ਹੋਏ ਪਸ਼ੂਆਂ ਦੇ, ਦੇਖੋ ਅਸੀਂ ਪਸ਼ੂਆਂ ਤੋਂ ਦੁੱਧ ਪ੍ਰਾਪਤ ਕਰਦੇ ਹਾਂ, ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਪਸ਼ੂਆਂ ਦੇ ਹੱਡਾਂ ਤੋਂ, ਉਹਨਾਂ ਦੀ ਚਮੜੀ ਤੋਂ ਪ੍ਰਾਪਤ ਕਰਦੇ ਹਾਂ, ਪਰ ਉਸ ਨੂੰ ਲੇਖੇ ਜਾਂ ਕਰਮ ਦੇ ਵਿੱਚ ਲਿਖਿਆ ਨਹੀਂ ਹੈ। ਉਹਨੂੰ ਜੂਨ ਭੋਗਣਾ ਕਹਿੰਦੇ ਨੇ। ਜੂਨ ਭੋਗਣਾ, ਤੇ ਜਿਸ ਜਾਮੇ ਵਿੱਚ ਅਸੀਂ ਆ, ਇਹਨੂੰ ਜੂਨ ਨੂੰ ਸਫਲ ਕਰਨਾ ਕਹਿੰਦੇ ਨੇ, ਜਾਮੇ ਨੂੰ ਸਫਲ ਕਰਨਾ। ਇਸ ਕਰਕੇ ਮਨੁੱਖਾ ਦੇਹੀ ਨੂੰ ਬਹੁਤ ਜ਼ਿਆਦਾ ਮਹਾਰਾਜ ਜੀ ਨੇ ਵਡਿਆਈ ਦਿੱਤੀ ਹੈ, ਬਹੁਤ ਵੱਡੀ ਵਡਿਆਈ ਦਿੱਤੀ ਹੈ। ਸੋ ਗੁਰੂ ਸਾਹਿਬ ਮਿਹਰ ਕਰਨ, ਸਾਡਾ ਪ੍ਰਯੋਜਨ, ਸਾਡਾ ਮੰਤਵ, ਸਾਡਾ ਜੋ ਵੀ ਏਮ ਹੈ,
सच दे राह ते चलन दा, सच दी प्राप्ति दा वो जिहड़ा है पूरा हो सके। आओ लड़ीवार शब्द बहुत प्यारा ਉਹਦੀ विचार आरंभ करते हैं। श्री गुरु ग्रंथ साहब जी का अंग जिहड़ा है 358 ते तीसरे पातशाह का यह शब्द आरंभ होया, एक ओंकार सतगुर प्रसाद अकाल पुरख एक है। ते सतगुरु जी की कृपा दे नाल मिलदा आसा घर दे विच। ये महाराज जी ने सानू इस दे बारे दसिया है। आसा राग दे विच घर तीजा, खिमा करना, आसा घर तीजा महला पहला। पहले पातशाह दा शब्द घर तीजे दे विच ते राग आसा। बाणी दी पंक्ति है, लख लश्कर लख वाजे नेजे लख उठ करह सलाम, लखां उपर फरमाइश तेरी लख उठ राखै मान। इस शब्द दे विच गुरु नानक महाराज जी ने यह दसिया कि तेरे कुल ताकत जिहड़ी है, किसी भी प्रकार की ताकत जिन्नी मर्जी होवे ते उस तो बाद तू की है। लश्कर का मतलब होंदा है फौजां, लख लश्कर लख वाजे नेजे। ते ओ लश्कर फौज जिहड़ी है, नेजे चलाउण वाली, बाजे बजाउण वाली, नगारे बजाउण वाली होवे। लख उठ करे सलाम, राजे नूं लोक सलाम करदे ने, ऑफिसर नूं जनरल, करनल, ब्रिगेडियर, सूबेदार मेजर जां और कैप्टन जिन्हें भी ऑफिसर होंदे ने उन्हां दे यूनियर अपने सीनियर नूं सलूट मारदे ने, मतलब उन्हां दी रिस्पैक्ट करदे ने, उन्हां दी लियाकत नूं, उन्हां दी योग्यता नूं सलाउंदे ने, रिस्पैक्ट दिंदे ने कि तुसीं मेहनत करके इस मुकाम नूं हासिल कीता, इसलिए तुहाडे शरीर नूं सलूट नहीं है। ध्यान देना, शरीर नूं सलूट नहीं, स्टार नूं सलूट है। शरीर नूं सलूट नहीं, जिहड़ी उसने मुशक्कत ते मेहनत कीती है, अहुदे नूं प्राप्त किया है, बहुत सख्त मेहनत तो बाद उस मेहनत नूं सलूट वजदा है। जे कोई राजा राज प्राप्त करता है, उस राज तक वो किवें पहुंचे है, उहदी मेहनत नूं सलूट वजदा, ना कि किसी शरीर नूं सलूट हुंदा है। जो उहदे पिछे उहदी सारी जिंदगी दी घाल कमाई मेहनत हुंदी है, उन्नूं रिस्पैक्ट वडियाई दित्ती जाती है। इस करके जे किसी की वडियाई कर दी जाए तो अनजान लोगों नूं विचारियां नूं पता ही नहीं भी जिहड़ी चीज़ वडियाई दे योग होवे उसनूं वडियाई ना दित्ती जावे तो कुदरत नाराज़ हुंदी है। क्यारियां दे विच फुल लगे ने, कवि लोग पता की करते हैं, उन्होंने देख देख कवितावां एकदम अपने अंदरों पैदा कर देंगे ने, प्रशंसा वडियाई। क्यों? क्योंकि वो कुदरत की बनाई हुई चीज़ जिहड़ी है, किसी नूं कोई मैसेज दे रही है, किसी का भला कर रही है, अपना रोल बड़ा पॉजिटिव निभा रही है। जे कुदरत की दिती हुई बरकत, कुदरत की दिती हुई बख्शिश बंदे दे विच होवे, बंदे सारे असी इक्को वर्गे हैं, गुस्ताखी माफ थोड़ा मैं ठेठ बोलांगा, बंदे बंदे विच फर्क है, औरत औरत विच फर्क है, जानवर जानवर विच फर्क है। कर्म करके है, उन्होंने कर्म करके। एक कुकर वो है जिहड़ा गलियां दे विच घुमदा फिरदा, ध्यान देना, जे उसनों कोई सट चोट लग जाए वह कोई इलाज नहीं कराउंदा। इको कुत्ता, इको कुकर, जिसनों बाणी विच भी सलाहिया, जिहड़ा मालक दा वफादार हुंदा है। गुरु तेग बहादुर महाराज जी कहंदे उस वफादार कुत्ते नूं उहदा मालक नवाउंदा भी है, वो ठंडी जगह भी उन्होंने बोरी ते बहाउंदा है, सियाल दी रुत होवे ते उहदे उत्ते कपड़ा भी दिंदा है। क्यों?
बाणी की पंक्ति सुनो, कहते स्वामी को ग्रह ज्यों सदा, स्वान स्वान मतलब कुत्ता, स्वान तजत नहीं नित, नानक ए बिद हर भजो, एक मन होए एक चित। जे कुकर कुत्ता वफादार है तो ਉਹਦਾ मालक ਉਹਦੀ बड़ी राखी करदा है, ਉਹਨੂੰ ਉਹਦੀ ਸਿਹਤ ਦਾ ख्याल करदा है, ਉਹਨੂੰ ਮਾਸ ਪਾਉਂਦਾ ਹੈ, ਉਹਨੂੰ ਦੁੱਧ ਛਕਾਉਂਦਾ ਹੈ, ਕਈ ਕੁਛ ਕਰਕੇ ਉਹਨੂੰ ਪਾਲਦਾ ਹੈ। ਔਰ ਕੁੱਤਿਆਂ ਦੀ ਕੀਮਤ ਜਿਹੜੀ ਹੈ ਲੱਖਾਂ ਦੇ ਵਿੱਚ ਹੈ, ਹੋਰ ਇਹ ਤੋਂ ਵੱਧ ਵੀ ਹੋ ਸਕਦੀ ਹੈ। ਮਤਲਬ ਕਿਉਂ? ਤੇ ਇੱਕ ਅਵਾਰਾ ਵੀ ਹੈ ਜਿਹੜਾ ਗਲੀਆਂ ਦੇ ਵਿੱਚ ਸਾਡੇ ਘਰ ਆ ਜਾਂਦਾ ਹੈ ਤੇ ਅਸੀਂ ਉਸ ਨੂੰ ਡੰਡਾ ਮਾਰ ਕੇ ਭਜਾ ਦਿੰਦੇ ਹਾਂ। ਦੇਖਣ ਨੂੰ ਸਾਧੂ ਵੀ ਉਸੇ ਤਰ੍ਹਾਂ ਦਾ ਤੇ ਦੇਖਣ ਨੂੰ ਚੋਰ ਵੀ ਉਸੇ ਤਰ੍ਹਾਂ ਦਾ। ਹੋ ਸਕਦਾ ਹੈ ਚੋਰ ਦੀ ਪਰਸਨੈਲਿਟੀ ਸਾਧੂ ਨਾਲੋਂ ਜ਼ਿਆਦਾ ਹੋਵੇ, ਹੋ ਸਕਦਾ ਹੈ ਚੋਰ ਦੀ ਜਿਹੜੀ ਪਰਸਨੈਲਿਟੀ ਹੈ ਉਹ ਜ਼ਿਆਦਾ ਹੋਵੇ, ਪਰ ਜਿਹੜਾ ਸਾਧੂ ਹੈ ਉਹ ਆਪਣੇ ਸੁਭਾਅ ਕਰਕੇ ਪਹਿਚਾਣਿਆ ਜਾਂਦਾ ਹੈ, ਆਪਣੇ ਸੁਭਾਅ ਕਰਕੇ ਪਹਿਚਾਣਿਆ ਜਾਂਦਾ ਹੈ। ਸੋ ਇਸ ਲਈ ਮਹਾਰਾਜ ਜੀ ਕਹਿੰਦੇ ਜਿਹੜੇ ਯੋਗ ਹੁੰਦੇ ਨੇ ਉਹਨਾਂ ਨੂੰ ਸਲਾਮਾਂ ਹੁੰਦੀਆਂ ਨੇ, ਉਹਨਾਂ ਨੂੰ ਸਲੂਟ ਮਾਰੇ ਜਾਂਦੇ ਨੇ। ਲੱਖ ਲਸ਼ਕਰ ਲੱਖ ਵਾਜੇ ਨੇਜੇ, ਲੱਖ ਉੱਠ ਕਰੇ ਸਲਾਮ, ਲੱਖਾਂ ਉੱਪਰ ਫਰਮਾਇਸ਼ ਤੇਰੀ, ਲੱਖ ਉੱਠ ਰਾਖੇ ਮਾਨ। ਕਹਿੰਦੇ ਜੇ ਲੱਖਾਂ ਬੰਦਿਆਂ ਤੇ ਤੇਰੀ ਹਕੂਮਤ ਹੋਵੇ, ਤੈਨੂੰ ਸਲੂਟ ਵੀ ਮਾਰਨ, ਤੇਰੀ ਰਿਸਪੈਕਟ ਵੀ ਕਰਨ। ਹੁਣ ਸਭ ਕੁਝ ਮਿਲਣ ਤੋਂ ਬਾਅਦ ਦੀ ਗੱਲ ਕੀਤੀ ਹੈ ਵੀ ਜੇ ਇਹਦੇ ਤੋਂ ਬਾਅਦ ਲੱਖ ਉੱਪਰ ਫਰਮਾਇਸ਼ ਤੇਰੀ, ਫਰਮਾਇਸ਼ ਦਾ ਮਤਲਬ ਹੁੰਦਾ ਹਕੂਮਤ। ਲੱਖ ਉੱਠ ਰਾਖੇ ਮਾਨ, ਲੱਖਾਂ ਹੀ ਤੇਰੀ ਇੱਜ਼ਤ ਕਰਨ, ਤੇਰੀ ਰਿਸਪੈਕਟ ਕਰਨ। ਜਾਂ ਪਤ ਲੇਖੇ ਨਾ ਪਵੇ ਤਾਂ ਸਭ ਨਿਰਾਫਲ ਕਾਮ। ਜੇ ਤੇਰੀਆਂ ਚੀਜ਼ਾਂ ਜਿਹੜੀਆਂ ਨੇ ਰੱਬ ਦੇ ਦਰ ਤੇ ਕਬੂਲ ਨਾ ਹੋਣ ਤੇ ਇਹ ਸਭ ਕੁਝ ਵਿਅਰਥ ਹੈ। ਧਿਆਨ ਦੇਣਾ, ਰੋਜ਼ ਅਸੀਂ ਇਹ ਸਰਵਣ ਕਰਦੇ ਹਾਂ, ਸਾਡਾ ਪੜ੍ਹਿਆ ਸੁਣਿਆ ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਤੁਸੀਂ ਮੈਨੂੰ ਚੰਗਾ ਕਹੀ ਜੋ, ਮੈਂ ਤੁਹਾਨੂੰ ਚੰਗਾ ਕਹੀ ਜਾਂਦਾ। ਇੱਥੇ ਥੋੜ੍ਹਾ ਗੱਲ ਮੁੱਕਦੀ, ਗੱਲਾਂ ਨਾਲ ਤੁਸੀਂ ਮੈਨੂੰ ਵਡਿਆ ਦਿਓ, ਵੱਡਾ ਬਣਾ ਦਿਓ, ਗੱਲਾਂ ਨਾਲ ਮੈਂ ਤੁਹਾਨੂੰ ਵੱਡਾ ਬਣਾ ਦਿਆਂਗਾ। ਕਿਹੜਾ ਔਖਾ ਹੈ? ਪਰ ਜਿਹਦੀਆਂ ਗੱਲਾਂ ਕੀਤੀਆਂ ਜਾਣ ਕਿ ਉਹ ਸਾਨੂੰ ਕੀ ਸਮਝਦਾ ਹੈ ਜੇ ਕਿ ਉਹਦੇ ਦਰ 'ਤੇ ਅਸੀਂ ਪ੍ਰਵਾਨ ਹੁੰਦੇ ਹਾਂ। ਗੱਲ ਤਾਂ ਇਹ ਹੈ, ਮੇਰਾ ਉੱਚੀ ਉੱਚੀ ਬੋਲਣਾ, ਮੇਰਾ ਤੁਹਾਨੂੰ ਕੀਰਤਨ ਕਥਾ ਸੁਣਾਉਣਾ, ਇਹ ਵੀ ਤਾਂ ਜ਼ਰੂਰੀ ਹੈ ਨਾ ਵੀ ਜਿਹੜਾ ਸੁਣਦਾ ਪਿਆ ਦੁਨੀਆ ਦਾ ਮਾਲਕ ਹੈ, ਜਿਸ ਨੂੰ ਨਿਰੰਕਾਰ ਰੱਬ ਵਾਹਿਗੁਰੂ ਕਹਿੰਦੇ ਨੇ ਕਿ ਉਹ ਵੀ ਮੇਰੇ ਪੜ੍ਹੇ ਸੁਣੇ ਨੂੰ ਕਬੂਲ ਕਰਦਾ, ਜਾਂ ਮੇਰੇ ਬੈਠੇ ਨੂੰ ਸੁਣਨ ਵਾਲੇ ਨੂੰ ਮੇਰੀ ਹਾਜ਼ਰੀ ਨੂੰ ਉਹ ਕਬੂਲ ਕਰ ਰਿਹਾ। ਗੱਲ ਤਾਂ ਇਹ ਹੈ, ਜੇ ਲਿਖੇ ਵਿੱਚ ਨਾ ਚੀਜ਼ ਪਵੇ ਤਾਂ ਫਿਰ ਮਹਾਰਾਜ ਜੀ ਕਹਿੰਦੇ ਸਭ ਕੁਝ ਵਿਅਰਥ ਹੁੰਦਾ। ਧਿਆਨ ਦੇਣਾ, ਜੇ ਲਿਖੇ ਦੇ ਵਿੱਚ ਨਾ ਪਵੇ, ਜਾਂ ਇੱਦਾਂ ਕਹਿ ਦਈਏ ਸਿੱਧਾ ਸਿੱਧਾ, ਜੇ ਕਦਰ ਨਾ ਪਵੇ ਮਹਿੰਗੀ ਚੀਜ਼ ਦੀ ਤੇ ਸਭ ਕੁਝ ਮਿਹਨਤ ਕੀਤੀ ਵੀ ਵਿਅਰਥ ਹੁੰਦੀ ਹੈ। ਸੋ ਗੁਰੂ ਨਾਨਕ ਮਹਾਰਾਜ ਜੀ ਦਾ ਸ਼ਬਦ ਚੱਲ ਰਿਹਾ, ਹਰ ਕੇ ਨਾਮ ਬਿਨਾ ਜਗ ਧੰਦਾ। ਜਿਸ ਬੰਦੇ ਦੇ ਕੋਲ ਰੱਬ ਦਾ ਨਾਮ ਨਹੀਂ ਹੈ ਉਹ ਧੰਦੇ ਵਾਲਾ ਬੰਦਾ, ਸੌਦੇਬਾਜ਼ ਹੈ, ਕੇਵਲ ਸੌਦੇਬਾਜ਼। ਦੁਨੀਆ ਦੇ ਵਿੱਚ ਅਸੀਂ ਹੱਕ ਤੇ ਸੱਚ ਦੀ ਕਮਾਈ ਕਰਨ ਦੇ ਲਈ ਆਏ ਹਾਂ। ਦੁਨੀਆ ਵਿੱਚ ਸੌਦਾ ਤੇ ਬੜੀ ਦੁਨੀਆ ਕਰਦੀ ਹੈ, ਕਮਾਈ ਤੇ ਦੁਨੀਆ ਬਹੁਤ ਕਰ ਰਹੀ ਹੈ, ਕਮਾਈ ਤੇ ਵੇਸਵਾ ਵੀ ਕਰ ਰਹੀ ਹੈ, ਕਮਾਈ ਤੇ ਜਿਹੜੇ ਨੇ ਗਲਤ ਲੋਕ ਗਲਤ ਕਰਨ ਵਾਲੇ ਉਹ ਵੀ ਕਰ ਰਹੇ ਨੇ। ਇਹਦਾ ਮਤਲਬ ਇਹ ਥੋੜ੍ਹਾ ਵੀ ਉਹ ਰਿਚ ਹੈ, ਅਮੀਰ ਹੈ, ਵੱਡੇ ਨੇ, ਨਹੀਂ। ਜਿਹੜਾ ਆਪਣੇ ਧੰਦੇ ਦੇ ਵਿੱਚੋਂ ਧਰਮ ਪੈਦਾ ਕਰ ਲਵੇ, ਆਪਣੇ ਧੰਦੇ ਦੇ ਵਿੱਚੋਂ ਨਾਮ ਪ੍ਰਗਟ ਕਰ ਲਵੇ, ਦਇਆ ਪ੍ਰਗਟ ਕਰ ਲਵੇ, ਪਰਉਪਕਾਰ ਪ੍ਰਗਟ ਕਰ ਲਵੇ, ਉਹਦਾ ਧੰਦਾ ਵੀ ਧਰਮ। ਧਿਆਨ ਦੇਣਾ, ਤੇ ਜਿਹੜਾ ਧਰਮ ਦੇ ਵਿੱਚੋਂ ਧੰਦਾ ਪੈਦਾ ਕਰੇ, ਇੱਦਾਂ ਵੀ ਚੱਲਦੇ ਨੇ। ਧਰਮ ਨੂੰ ਧੰਦਾ ਵੀ ਦੁਨੀਆ ਨੇ ਬਣਾਇਆ ਵੀ ਧਰਮ ਦੇ ਨਾਮ 'ਤੇ ਲੋਕਾਂ ਨੂੰ ਡਰਾ ਕੇ, ਧਰਮ ਦੇ ਨਾਂ 'ਤੇ ਲੋਕਾਂ ਨੂੰ ਗਲਤ ਫਹਿਮੀ ਵਿੱਚ ਪਾ ਕੇ ਲੋਕਾਂ ਨੂੰ ਲੁੱਟਣ ਵਾਲਾ ਜਿਹੜਾ ਧਰਮੀ ਉਹ ਧੰਦੇਬਾਜ਼ ਹੈ। ਜਿਹੜਾ ਇੱਕ ਦਸਾਂ ਨੋਹਾਂ ਦੀ ਕਿਰਤ ਕਰਦਾ ਹੈ
ਭਾਵੇਂ ਉਹ ਜੁੱਤੀਆਂ ਗੰਢਦਾ ਭਗਤ ਰਵਿਦਾਸ ਮਹਾਰਾਜ ਜੀ ਵਰਗਾ, ਉਹਦੀਆਂ ਜੁੱਤੀਆਂ ਗੰਢੀਆਂ ਵੀ ਧਰਮ ਹੈ। ਮਲਕ ਭਾਗੋ ਦੀ ਕਮਾਈ ਇੰਨੀ ਜਿਹੜੀ ਕੀਤੀ ਉਹ ਧਰਮ ਨਹੀਂ ਹੈ, ਪਰ ਭਾਈ ਲਾਲੋ ਦੀ ਕੀਤੀ ਦਸਾਂ ਨੌਆਂ ਦੀ ਕਿਰਤ ਕਮਾਈ ਵੀ ਉਹਦਾ ਸੱਚੀ ਸੁੱਚੀ ਕਿਰਤ ਰੱਬ ਦੀ ਪੂਜਾ। ਪ੍ਰੋਫੈਸਰ ਸਾਹਿਬ ਸਿੰਘ ਕਹਿੰਦੇ ਇਹ ਧਰਮ ਹੈ। ਸੋ ਮਹਾਰਾਜ ਜੀ ਕਹਿੰਦੇ ਇਹ ਜਿਹੜੀ ਚੀਜ਼ ਹੈ ਨਾ, ਜਿੱਥੇ ਹਰੀ ਦਾ ਨਾਮ ਪ੍ਰਗਟ ਨਹੀਂ ਹੁੰਦਾ, ਹਰੀ ਦਾ ਨਾਮ ਕੇਵਲ ਇੱਕ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਨਹੀਂ ਹੈ, ਨਾਮ ਦੀਆਂ ਬੜੀਆਂ ਸ਼ਾਖਾਵਾਂ ਨੇ। ਦਇਆ, ਪੁੰਨ, ਭਲਾ, ਚੰਗਾ ਦੇਖਣਾ, ਚੰਗਾ ਸੁਣਨਾ, ਚੰਗਾ ਬੋਲਣਾ, ਇਹ ਸਾਰੀਆਂ ਚੀਜ਼ਾਂ ਨਾਮ ਦੇ ਅੰਡਰ ਹੀ ਆਉਂਦੀਆਂ ਨੇ, ਨਾਮ ਦੇ ਅਧੀਨ ਹੀ ਹੁੰਦੀਆਂ। ਜੇ ਇਹ ਚੀਜ਼ਾਂ ਨਹੀਂ ਕਿਸੇ ਦੇ ਕੋਲ, ਜੇ ਮੈਂ ਕੇਵਲ ਪੈਸਿਆਂ ਦੇ ਲਈ ਪ੍ਰਚਾਰ ਕਰਦਾ, ਧਿਆਨ ਦੇਣਾ, ਮੈਂ ਕੇਵਲ ਪੈਸਿਆਂ ਦੀ ਖਾਤਰ ਹੀ ਤੁਰਿਆ ਫਿਰਦਾ, ਤੇ ਫਿਰ ਉਹ ਧਰਮ ਨਹੀਂ ਹੋਏਗਾ, ਉਹ ਧੰਦਾ ਹੋਏਗਾ, ਉਹ ਧੰਦਾ ਹੋਏਗਾ। ਤੇ ਧੰਦੇ ਵਾਲਾ ਪ੍ਰਵਾਨ ਨਹੀਂ ਹੁੰਦਾ, ਧਰਮ ਵਾਲਾ ਪ੍ਰਵਾਨ ਹੁੰਦਾ। ਇਸ ਕਰਕੇ ਗੁਰੂ ਨਾਨਕ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ, ਹਰ ਕੇ ਨਾਮ ਬਿਨਾ ਜਗ ਧੰਦਾ। ਜੇ ਬਹੁਤਾ ਸਮਝਾਈਏ ਭੋਲਾ, ਭੀਸੋ ਅੰਧੋ ਅੰਧਾ। ਮਹਾਰਾਜ ਜੀ ਫਰਮਾਨ ਕਰਦੇ ਨੇ, ਜਿੰਨਾ ਮਰਜੀ ਉਸ ਧੰਦੇਵਾਦੀ ਨੂੰ ਸਮਝਾਇਆ ਜਾਏ, ਜਿੰਨਾ ਮਰਜੀ ਰਾਏ ਪਾਇਆ ਜਾਏ, ਉਹ ਫਿਰ ਵੀ ਅੰਨੇ ਦਾ ਅੰਨਾ ਹੀ ਰਹੇਗਾ। ਜੇ ਬਹੁਤਾ ਸਮਝਾਈਏ ਭੋਲਾ, ਭੀਸੋ ਅੰਧੋ ਅੰਧਾ। ਬੜੀਆਂ ਸਾਖੀਆਂ ਤੇ ਬੜੇ ਪ੍ਰਮਾਣ ਮੈਂ, ਮੇਰੇ ਕੋਲ ਹੁਣ ਸਮਾਂ ਨਹੀਂ, ਕਿਉਂ ਮੈਂ ਥੋੜ੍ਹੀ ਜਿਹੀ ਭਗਤ ਰਵਿਦਾਸ ਬਾਰੇ ਤੁਹਾਡੇ ਨਾਲ ਵਿਚਾਰ ਕਰਨੀ, ਪਹਿਲਾਂ ਮੈਂ ਸ਼ਬਦ ਪੂਰਾ ਕਰ ਲਵਾਂ। ਇਸ ਕਰਕੇ ਜੇ ਬਹੁਤਾ ਸਮਝਾਈਏ ਭੋਲਾ, ਭੀਸੋ ਅੰਧੋ ਅੰਧਾ। ਲੱਖ ਖੱਟੀ ਹੈ, ਲੱਖ ਸੰਜੀ ਹੈ, ਲੱਖ ਆਵੇ ਲੱਖ ਜਾਹੇ। ਅਸੀਂ ਜ਼ਿੰਦਗੀ ਦੇ ਵਿੱਚ ਲੱਖਾਂ ਸਾਡੇ ਕੋਲ ਆਏ, ਲੱਖਾਂ ਅਸੀਂ ਖਰਚ ਕੀਤੇ। ਲੱਖ ਖੱਟੀ ਹੈ, ਲੱਖ ਸੰਜੀ ਹੈ। ਸੰਜੀ ਦਾ ਮਤਲਬ ਪਹਿਲਾਂ ਖੱਟੀ ਕੀਤੀ, ਫਿਰ ਉਹਨਾਂ ਨੂੰ ਇਕੱਠੇ ਕਰਕੇ ਰੱਖਿਆ। ਲੱਖ ਖੱਟੀ ਹੈ, ਖੱਟੀ ਮਤਲਬ ਕਮਾਈ ਕੀਤੀ। ਲੱਖ ਸੰਜੀ ਹੈ, ਸੰਜੀ ਹੈ ਮਤਲਬ ਜਮ੍ਹਾਂ ਕੀਤੇ। ਤੇ ਲੱਖ ਆਵੇ ਲੱਖ ਜਾਹੇ। ਕਈ ਅਸੀਂ ਮਤਲਬ ਖਰਚ ਦਿੱਤੇ, ਤੇ ਕਈ ਅਸੀਂ ਕਈਆਂ ਕੋਲ ਲੈ ਲਏ। ਲੱਖਾਂ ਰੁਪਈਏ ਖਰਚ ਦਿੱਤੇ, ਲੱਖਾਂ ਲੈ ਲਏ। ਜਾਂ ਪਤ ਲੇਖੇ ਨਾ ਪਵੇ ਤਾਂ ਜੀ ਕਿੱਥੇ ਫਿਰ ਪਾਹੇ। ਤੇ ਮਹਾਰਾਜ ਜੀ ਕਹਿੰਦੇ ਇਹ ਸਭ ਕੁਝ ਆਦਾਨ ਪ੍ਰਦਾਨ, ਲੈਣ ਦੇਣ ਦੇ ਬਾਅਦ ਤੇਰੀ ਜਿਹੜੀ ਪੱਤ ਹੈ, ਜਿਹੜੀ ਤੇਰੀ ਇੱਜ਼ਤ ਹੈ, ਉਹ ਤੇਰੇ ਮਾਲਕ ਦੇ ਦਰ 'ਤੇ ਜਿਹੜੀ ਵਧੀ ਹੈ ਜਾਂ ਨਹੀਂ ਵਧੀ, ਇਹਦੀ ਗੱਲ ਕਰ। ਕੀ ਤੇਰੇ ਮੇਰੇ ਬਹੁਤੇ ਕਮਾਉਣ ਨਾਲ ਮੇਰਾ ਮਾਲਕ ਮੇਰੇ 'ਤੇ ਖੁਸ਼ ਹੋਇਆ? ਧਿਆਨ ਦੇਣਾ, ਮੇਰੇ ਬਹੁਤੇ ਇਕੱਠੇ ਕਰਨ ਦੇ ਨਾਲ, ਮੇਰਾ ਬਹੁਤਾ ਕਮਾਉਣ ਦੇ ਨਾਲ ਕੀ ਮੇਰਾ ਮਾਲਕ ਖੁਸ਼ ਹੋਇਆ? ਧਿਆਨ ਦੇਣਾ, ਜਿੰਨਾ ਵੀ ਧਨ ਹੁੰਦਾ ਨਾ, ਉਹ ਖਰਚਣ ਲਈ ਹੁੰਦਾ। ਜੇ ਧਨ ਨੂੰ ਖਰਚਿਆ ਨਾ ਜਾਏ ਤੇ ਉਸ ਮਾਇਆ ਨੂੰ ਕਿਹਾ ਜਾਂਦਾ ਨਾਗਨੀ। ਜਿਹੜਾ ਮਨੁੱਖ ਧਨ ਨੂੰ ਖਰਚਦਾ ਨਹੀਂ, ਉਹਨੂੰ ਬਾਣੀ ਵਿੱਚ ਲਿਖਿਆ ਸੂਮ। ਤੇ ਧਨ ਜਿਹੜਾ ਹੈ ਉਹ ਕਰਮ ਬਣਾ ਦਿੰਦਾ, ਜਿਹੜਾ ਧਨ ਹੈ ਉਹ ਪਾਪ ਵੀ ਕਰਾ ਦਿੰਦਾ। ਇਹ ਬੰਦੇ ਦੀ ਮਰਜ਼ੀ ਹੈ, ਧਨ ਨਾਲ ਪੁੰਨ ਕਰਨਾ ਕਿ ਧਨ ਨਾਲ ਪਾਪ ਕਰਨਾ। ਮੈਂ ਸੌਖੀ ਸੌਖੀ ਉਦਾਹਰਨ ਦਿੰਦਾ, ਉਹਨੂੰ ਸਮਝ ਲੱਗ ਜਾਏ। 500 ਰੁਪਏ ਦੀ ਬੋਤਲ ਲਿਆ ਲਈ ਸ਼ਰਾਬ ਦੀ, ਆਪ ਪੀ ਲੇ ਤੇ ਚਾਰਾਂ ਨੂੰ ਪਿਲਾ ਕੇ ਸੁੱਟ ਦੇਵੇ, ਉਹ ਪਾਪ ਹੋ ਗਿਆ। ਪੈਸਾ ਆਪਣਾ ਹੀ ਹੈ, ਉਹ ਪਾਪ ਹੋ ਗਿਆ। ਜੇ ਉਹੀ 500 ਰੁਪਏ ਦਾ ਕੋਈ ਕਿਸੇ ਨੂੰ ਲੀੜਾ ਕੱਪੜਾ, ਕੋਈ ਲੰਗਰ ਪ੍ਰਸ਼ਾਦਾ ਜਾਂ ਕਿਤੇ ਭੇਟਾ ਕਰ ਦਿੱਤਾ ਜਾਏ, ਤੇ ਉਹ ਕਿਸੇ ਦੇ ਘਰ ਦੇ ਵਿੱਚ ਚੁੱਲ੍ਹਾ ਵੱਲ ਜਾਏਗਾ, ਉਹ ਕੀ ਹੋ ਗਿਆ? ਉਹ ਹੋ ਗਿਆ ਪੁੰਨ ਹੋ ਗਿਆ। ਤੇ ਇਸ ਕਰਕੇ ਮੇਰੇ ਕੋਲ ਲੱਖਾਂ ਨੇ, ਮੇਰੇ ਕੋਲ ਕਰੋੜਾਂ ਨੇ, ਮੇਰੇ ਕੋਲ ਹਜ਼ਾਰਾਂ ਨੇ, ਰੱਬ ਨੂੰ ਇਹਦੇ ਨਾਲ ਕੋਈ ਮਤਲਬ ਨਹੀਂ। ਉਹ ਲੱਖਾਂ ਤੇ ਹਜ਼ਾਰਾਂ ਖਰਚਦਾ ਕਿੱਥੇ ਆ? ਗੱਲ ਇਹ ਹੈ ਕਿ ਇਹ ਧਰਮ ਬਣ ਰਹੇ ਆ, ਇਹ ਧਰਮ ਬਣ ਰਹੇ ਆ। ਜਦੋਂ ਮੈਂ ਆਪਣਾ ਡਰੈਸ ਲੈਣਾ ਹੋਵੇ, ਜਦੋਂ ਮੈਂ ਆਪਣੇ ਦੇ ਖਰਚ ਕਰਨਾ ਹੋਵੇ, ਤੇ ਮੇਰੀ ਜੇਬ ਖੁੱਲ੍ਹੀ। ਮੈਂ ਵੀ ਤੁਹਾਡੇ ਨਾਲ ਆ, ਮੈਂ ਕੋਈ ਉਪਦੇਸ਼ ਨਹੀਂ ਕਰ ਰਿਹਾ, ਮੈਂ ਆਪਣੇ ਮਨ ਨੂੰ ਸਮਝਾ ਰਿਹਾ, ਤੁਸੀਂ ਵੀ। ਤੇ ਜਦੋਂ ਧਰਮ ਦੇ ਖੇਤਰ ਦੇ ਵਿੱਚ ਪੈਰ ਰੱਖੀਏ
ਤੇ ਫਿਰ ਮੇਰਾ ਮਨ ਪਿੱਛੇ ਨੂੰ ਭੱਜੇ, ਥੋੜਾ ਥੋੜਾ ਘਟ ਜਾਏਗਾ, ਜੇਬ 'ਚੋਂ ਪੈਸੇ ਘਟ ਜਾਣਗੇ। ਤੇ ਫਿਰ ਮਹਾਰਾਜ ਜੀ ਕਹਿੰਦੇ ਤੂੰ ਤੇ ਬਿਜ਼ਨਸਮੈਨ ਹੋਇਆ, ਸੌਦੇਬਾਜ਼ ਹੋਇਆ, ਜਾਂ ਪਤ ਲੇਖੇ ਨਾ ਪਵੇ ਤਾਂ ਜੀ ਕਿੱਥੇ ਫਿਰ ਪਾਏ। ਜੇ ਤੂੰ ਰੱਬ ਦੀ ਨਜ਼ਰ ਦੇ ਵਿੱਚ ਪ੍ਰਵਾਨ ਨਾ ਹੋਇਆ, ਤੇਰਾ ਕਮਾਇਆ ਉੱਥੇ ਪ੍ਰਵਾਨ ਨਾ ਹੋਇਆ। ਇੱਕ ਹੋਰ ਪੰਕਤੀ ਪੜ੍ਹਦੇ ਹਾਂ ਇਹਦੇ ਨਾਲ ਰਿਲੇਟਡ। ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁਤਦਾਰਾ ਪੈ ਆਨ ਲੁਟਾਵੇ, ਮਨ ਮੇਰੇ ਭੋਲੇ ਕਪਟ ਨ ਕੀਜੇ, ਅੰਤ ਨਵੇਰਾ ਤੇਰੇ ਜੀ ਪੈ ਲੀਜੇ। ਤੇਰੇ ਕੋਲ ਜਿੰਨਾ ਮਰਜ਼ੀ ਹੈ ਤੇਰਿਆਂ ਲਈ ਹੈ, ਮੇਰੇ ਕੋਲ ਮੇਰਿਆਂ ਲਈ, ਤੁਹਾਡੇ ਕੋਲ ਤੁਹਾਡਿਆਂ ਲਈ, ਪਰ ਉਹਦੇ ਵਿੱਚੋਂ ਪਰਉਪਕਾਰ ਦੇ ਲਈ, ਕਿਸੇ ਦੇ ਭਲੇ ਦੇ ਲਈ ਕਿੰਨਾ ਗੁਰੂ ਇਹ ਦੇਖਦਾ। ਸਾਡੇ ਧਨ ਨੂੰ ਦੇਖ ਕੇ ਗੁਰੂ ਖੁਸ਼ ਨਹੀਂ ਹੁੰਦਾ। ਜਦੋਂ ਧਨ ਅਸੀਂ ਚੰਗੇ ਪਾਸੇ ਖਰਚਦੇ ਹਾਂ ਗੁਰੂ ਤਾਂ ਖੁਸ਼ ਹੁੰਦਾ। ਲੱਖ ਸ਼ਾਸਤਰ ਸਮਝਾਵਨੀ, ਲੱਖ ਪੰਡਤ ਪੜ੍ਹੈ ਪੁਰਾਨ। ਮਹਾਰਾਜ ਜੀ ਕਹਿੰਦੇ ਲੱਖਾਂ ਵਾਰੀ ਸ਼ਾਸਤਰਾਂ ਗ੍ਰੰਥਾਂ ਦੀ ਵਿਆਖਿਆ ਕੀਤੀ ਜਾਏ। ਵਿਦਵਾਨ ਲੋਕ ਪੁਰਾਣਾਂ ਨੂੰ ਪੜ੍ਹ ਕੇ ਦੁਨੀਆ ਨੂੰ ਗਿਆਨ ਦੇਣ, ਵਿਦਿਆ ਦੇ ਕਾਰਨ ਇੱਜ਼ਤ ਹਾਸਲ ਕਰਨ। ਕੋਈ ਵੀ ਪ੍ਰਚਾਰ ਕਰਕੇ ਦੁਨੀਆ ਵਿੱਚ ਆਪਣਾ ਨਾਮ ਬਣਾ ਲਵੇ, ਜਾਂ ਪਤ ਲੇਖੇ ਨਾ ਪਵੇ ਤਾਂ ਸਭੇ ਕੋ ਪਰਵਾਨ। ਜੇ ਮਹਾਰਾਜ ਪਹਿਲਾਂ ਵਾਲੀ ਪੰਕਤੀ ਆ ਗਈ ਵਿਚਾਰ, ਜੇ ਤੇਰਾ ਸੁਣਿਆ ਤੇ ਸੁਣਾਇਆ ਪ੍ਰਭੂ ਦੇ ਦਰ ਤੇ ਕਬੂਲ ਨਾ ਹੋਵੇ ਤੇ ਤੇਰਾ ਸਭ ਪੜ੍ਹਿਆ ਸੁਣਿਆ ਬੇਅਰਥ ਹੈ। ਧਿਆਨ ਦੇਣਾ, ਸਾਡਾ ਪੜ੍ਹਿਆ ਲਿਖਿਆ ਵਿਅਰਥ ਹੈ। ਜਾਂ ਹੋਰ ਉਦਾਹਰਨ ਹੈ, ਸਾਰਾ ਸਾਲ ਨਿਆਣਾ ਬੱਚਾ ਪੜ੍ਹਾਈ ਕਰਦਾ ਰਹੇ, ਪੇਪਰ ਵਾਲੇ ਦਿਨ ਉਹ ਕੁਝ ਲਿਖੇ ਨਾ, ਜਾਂ ਉਹ ਪੇਪਰ ਦੇ ਵਿੱਚ ਹਾਜ਼ਰ ਨਾ ਹੋਵੇ ਤੇ ਉਹਦਾ ਸਾਰਾ ਪੜ੍ਹਿਆ ਲਿਖਿਆ ਕਿਧਰੇ ਥਾਂ ਨਹੀਂ ਪਏਗਾ। ਉਹਨੂੰ ਉਹ ਪਾਸ ਦੇ ਕੀ ਹੋਣਾ, ਉਹਨੂੰ ਡਿਵੀਜ਼ਨ ਕੁਛ ਵੀ ਨਹੀਂ ਮਿਲਣਾ, ਨਾ ਡਿਵੀਜ਼ਨ ਮਿਲਣੀ ਨਾ ਪਾਸ ਹੋਣਾ, ਤੇ ਨਾ ਉਹ ਮਤਲਬ ਕਿਸੇ ਪਾਸੇ ਲੱਗਣਾ ਉਸਨੇ। ਸੱਚ ਨਾਮ ਪਤਿ ਉਪਜੈ, ਕਰਮ ਨਾਮ ਕਰਤਾਰ। ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਨਾਲ ਜੁੜਿਆਂ ਇੱਜ਼ਤ ਮਿਲਦੀ ਹੈ। ਸੱਚ ਨਾਮ ਪਤ ਉਪਜੈ, ਪਤ ਮਤ ਇੱਜ਼ਤ, ਕਰਮ ਨਾਮ ਕਰਤਾਰ। ਐਨਸ ਹਿਰਦੇ ਜੇ ਵਸੈ, ਨਾਨਕ ਨਦਰੀ ਪਾਰ। ਐਨਸ ਮਤਲਬ ਹੁੰਦਾ ਦਿਨ ਰਾਤ, 24 ਘੰਟੇ, 8 ਪਹਿਰ। 8 ਪਹਿਰ ਹਿਰਦੇ ਦੇ ਵਿੱਚ ਨਾਮ ਵਸਿਆ ਰਹੇ। ਨਾਮ ਵਸਣ ਦਾ ਮਤਲਬ ਭੈ ਤੇ ਭਾਉ, ਭੈ ਵੀ ਬਣਿਆ ਰਹੇ ਮਾੜੀ ਚੀਜ਼ ਦਾ, ਤੇ ਭਾਉ ਵੀ ਬਣਿਆ ਰਹੇ। ਜਿੱਧਰ ਵੀ ਦੇਖੇ ਉਹਦੇ ਨਾਲ ਪਿਆਰ ਕਰਨ ਨੂੰ ਚਿੱਤ ਕਰੇ। ਕੁਦਰਤ ਦੀ ਬਣਾਈ ਕੋਈ ਵੀ ਚੀਜ਼ ਨੂੰ ਦੇਖੇ, ਕੁਦਰਤ ਨੂੰ ਦੇਖੇ, ਜਿਸ ਨੂੰ ਕਹਿੰਦੇ ਬਲਿਹਾਰੀ ਕੁਦਰਤ ਵਸਿਆ, ਤੇ ਪਿਆਰ ਹੀ ਪਿਆਰ ਅੰਦਰੋਂ ਜੇ ਪੈਦਾ ਹੋਵੇ ਤੇ ਮਹਾਰਾਜ ਜੀ ਕਹਿੰਦੇ ਫਿਰ ਰੱਬ ਦਾ ਜਿਹੜਾ ਬੰਨਾ ਹੈ ਨਾ ਉਹ ਲੱਭ ਜਾਂਦਾ। ਜਿਹਨੂੰ ਬਾਣੀ ਵਿੱਚ ਲਿਖਿਆ ਪਰਮੇਸ਼ਰ ਦਿੱਤਾ ਬੰਨਾ। ਬੰਨੇ ਦੇ ਅਰਥ ਬਹੁਤ ਨੇ। ਪਾਣੀ ਵਾਰ ਲੈ ਬੰਨੇ ਦੀਆਂ ਮਾਏ ਵੀ ਕਹਿੰਦੇ ਨੇ, ਉਹਨੂੰ ਵੀ ਬੰਨਾ ਕਹਿੰਦੇ ਨੇ। ਇੱਕ ਅਸੀਂ ਪਹਿਲੇ 'ਚ ਜਦੋਂ ਤੁਰਦੇ ਹਾਂ ਉਹਨੂੰ ਵੀ ਕਹਿੰਦੇ ਨੇ ਬੰਨਾ। ਜਾਂ ਇੱਕ ਉਹ ਵੀ ਹੁੰਦਾ ਵੀ ਬੰਦਾ ਬੰਨੇ ਲੱਗ ਗਿਆ, ਮਤਲਬ ਕਿਸੇ ਪਾਸੇ ਲੱਗ ਗਿਆ। ਮਹਾਰਾਜ ਜੀ ਕਹਿੰਦੇ ਉਹਨੂੰ ਰੱਬ ਦਾ ਬੰਨਾ ਮਿਲ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਜਿਹੜਾ ਦਿਨ ਰਾਤ ਰੱਬ ਨੂੰ ਵੇਖਦਾ। ਇਹ ਸੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ। ਸੋ ਅੱਜ ਧੰਨ ਧੰਨ ਭਗਤ ਰਵਿਦਾਸ ਜੀ ਮਹਾਰਾਜ, ਉਹਨਾਂ ਦਾ ਪ੍ਰਕਾਸ਼ ਦਿਹਾੜਾ ਹੈ। ਸੋ ਲੱਖ ਲੱਖ ਸਭ ਨੂੰ ਵਧਾਈਆਂ ਹੋਣ। ਗੁਰੂ ਮਹਾਰਾਜ ਸਾਡੇ ਭਗਤਾਂ ਦੀ ਉਹ ਜੋ ਬਾਣੀ ਹੈ ਉਹਦੇ ਮੁਤਾਬਕ ਸਾਡਾ ਜੀਵਨ ਜਿਹੜਾ ਚੱਲੇ। ਭਗਤ ਸੰਸਾਰ ਦੇ ਵਿੱਚ ਕੀ ਕਰਨ ਆਏ? ਭਗਤੀ ਕਰਕੇ, ਕਮਾਈ ਕਰਕੇ। ਵੈਸੇ ਜਿਹੜੇ ਭਗਤ ਜੋ ਵੀ ਪਰਉਪਕਾਰੀ ਗੁਰੂ ਮਹਾਂਪੁਰਖ ਹੁੰਦੇ ਨੇ, ਉਹ ਭਾਵੇਂ ਇਸ ਜੱਗ ਦੇ ਵਿੱਚ ਆ ਕੇ ਬਹੁਤੀ ਭਗਤੀ ਨਾ ਕਰਨ, ਭਗਤ ਇਹ ਪਿੱਛੋਂ ਹੀ ਵਰਸਾਏ ਹੋਏ ਆਉਂਦੇ ਨੇ। ਮਹਾਰਾਜ ਜੀ ਫਰਮਾਨ ਕਰਦੇ ਨੇ ਉਹਨਾਂ ਨੂੰ ਪਰਮ ਪਿਤਾ ਪਰਮਾਤਮਾ ਭੇਜਦਾ। ਜਨਮ ਮਰਨ ਦੋਹੂ ਮੈਂ ਨਾ ਹੀ ਜਨ, ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲੈਣ ਹਰਸ਼ੋਂ ਲੈਣ ਮਿਲਾਏ। ਉਹਨਾਂ ਦੀ ਡਿਊਟੀ ਤੈਅ ਕੀਤੀ ਜਾਂਦੀ ਹੈ। ਜਿਵੇਂ ਵੱਡਾ ਅਫਸਰ ਛੋਟੇ ਅਫਸਰਾਂ ਨੂੰ ਬੁਲਾ ਕੇ ਕਹਿੰਦਾ ਤੁਹਾਡੀ ਡਿਊਟੀ ਫਲਾਨੀ ਫਲਾਨੀ ਥਾਂ 'ਤੇ ਕਰ ਦਿੱਤੀ ਗਈ, ਉੱਥੇ ਉੱਥੇ ਜਾ ਕੇ ਆਪਣਾ
ਰੋਲ ਨਿਭਾਓ, ਉਹਨਾਂ ਨੂੰ ਪਾਵਰ ਦੇ ਕੇ ਭੇਜ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਪ੍ਰਮਾਤਮਾ ਵਾਹਿਗੁਰੂ ਅੱਲਾਹ ਅਕਾਲ ਪੁਰਖ ਉਹ ਆਪਣੇ ਭਗਤ ਪਿਆਰਿਆਂ ਨੂੰ ਪਾਵਰ ਦੇ ਕੇ ਪਿੱਛੋਂ ਹੀ ਭੇਜਦਾ। ਇੱਥੇ ਉਹਨਾਂ ਨੂੰ ਪ੍ਰੈਕਟੀਕਲ ਤਾਂ ਕਰਨਾ ਪੈਂਦਾ ਕਿਉਂਕਿ ਲੋਕ ਯਕੀਨ ਨਹੀਂ ਕਰਦੇ। ਜਦੋਂ ਤੱਕ ਲੋਕ ਦੇਖਣ ਨਾ ਪ੍ਰੈਕਟੀਕਲ ਕਿਸੇ ਨੂੰ ਤੇ ਉਹ ਯਕੀਨ ਨਹੀਂ ਕਰਦੇ। ਜੇ ਬਿਲਕੁਲ ਸਹੀ ਗੱਲ ਹੈ, ਜੇ ਬਾਬਾ ਨਾਨਕ ਗੁਰੂ ਨਾਨਕ ਸਾਹਿਬ ਖੇਤਾਂ ਦੇ ਵਿੱਚ ਹਲ ਨਾ ਚਲਾਉਂਦੇ ਤੇ ਸਾਡੇ ਲੋਕਾਂ ਨੇ ਕਿਰਤ ਕਰਨੀ ਛੱਡ ਦੇਣੀ ਸੀ। ਉਹਨਾਂ ਨੇ ਕਹਿਣਾ ਬਸ ਵਿਹਲੇ ਲਓ ਰਹੋ। ਸਾਡੇ ਗੁਰੂਆਂ ਨੇ ਸਾਨੂੰ ਕਿਰਤ ਕਰਨੀ ਸਿਖਾਈ, ਸਾਡੇ ਗੁਰੂਆਂ ਨੇ ਸਾਨੂੰ ਪ੍ਰਚਾਰ ਕਰਨਾ ਸਿਖਾਇਆ, ਸਾਡੇ ਗੁਰੂਆਂ ਨੇ ਸਾਨੂੰ ਕੀਰਤਨ ਕਰਨਾ ਸਿਖਾਇਆ, ਸਾਡੇ ਗੁਰੂਆਂ ਨੇ ਸਾਨੂੰ ਕਥਾ ਕਰਨੀ ਸਿਖਾਈ, ਸਾਡੇ ਗੁਰੂਆਂ ਨੇ ਸਾਨੂੰ ਢਾਡੀ ਵਾਰਾਂ ਕਵਿਤਾਂ ਗਾਉਣੀਆਂ ਸਿਖਾਈਆਂ, ਸਾਡੇ ਗੁਰੂਆਂ ਨੇ ਸਾਨੂੰ ਮਿੱਠਾ ਬੋਲਣਾ ਸਿਖਾਇਆ। ਇਹ ਉਹਨਾਂ ਨੇ ਪਹਿਲਾਂ ਖੁਦ ਪ੍ਰੈਕਟੀਕਲ ਕੀਤਾ। ਸਾਡੇ ਗੁਰੂਆਂ ਨੇ ਸਾਨੂੰ ਦੇਖ ਕੇ ਅਣਡਿੱਠ ਕੀਤਾ, ਇਹ ਕਰਨਾ ਸਿਖਾਇਆ। ਸਾਡੇ ਗੁਰੂਆਂ ਨੇ ਸਾਨੂੰ ਭਾਣਾ ਮੰਨਣ ਦਾ ਇਹ ਜਿਹੜਾ ਵਰ ਦਿੱਤਾ ਇਹ ਸਾਨੂੰ ਚੀਜ਼ ਸਿਖਾਈ। ਪਹਿਲਾਂ ਉਹਨਾਂ ਨੇ ਪ੍ਰੈਕਟੀਕਲ ਆਪਣੇ ਉੱਪਰ ਇਹ ਚੀਜ਼ ਢਾਲੀ ਤੇ ਫਿਰ ਅਸੀਂ ਉਹਨਾਂ ਤੋਂ ਸੁਨੇਹਾ ਲਿਆ, ਉਹਨਾਂ ਤੋਂ ਮੈਸੇਜ ਲਿਆ ਔਰ ਅਸੀਂ ਫਿਰ ਅੱਗੇ ਵਧੇ। ਨਹੀਂ ਤੇ ਅਸੀਂ ਵੀ ਰੁਕ ਜਾਣਾ ਸੀ। ਸਾਡੇ ਗੁਰੂਆਂ ਨੇ ਜਦ ਇਹ ਨਹੀਂ ਕੀਤਾ ਅਸੀਂ ਕਿਉਂ ਕਰੀਏ। ਸੋ ਭਗਤ ਜਿਹੜੇ ਇਸ ਜਗ ਤੇ ਆਏ ਹਨ ਉਹਨਾਂ ਨੇ ਭਗਤੀ ਲਹਿਰ ਚਲਾਈ। ਭਗਤ ਜਿੰਨੇ ਜਗ ਤੇ ਆਏ ਹਨ ਉਹਨਾਂ ਨੇ ਭਗਤੀ ਲਹਿਰ ਚਲਾਈ। ਭਗਤੀ ਲਹਿਰ ਚਲਾਉਣ ਦੀ ਜ਼ਰੂਰਤ ਕੀ ਸੀ? ਸਾਖੀਆਂ ਦਾ ਸਮਾਂ ਨਹੀਂ ਹੁੰਦਾ ਵੀ ਅਸੀਂ ਲੰਬੀਆਂ ਸਾਖੀਆਂ ਸੁਣਾਈਏ। ਮੈਂ ਟੂ ਦੀ ਪੁਆਇੰਟ ਛੋਟੀ ਜਿਹੀ ਉਦਾਹਰਨ ਦੇ ਕੇ ਭਗਤ ਰਵਿਦਾਸ ਮਹਾਰਾਜ ਜੀ ਦੀ ਸਿਫਤ ਸਲਾਹ ਗੁਰੂ ਸਾਹਿਬ ਮਿਹਰ ਕਰਨ, ਕਿਰਪਾ ਕਰਨ, ਉਹ ਸਿਫਤ ਆਪ ਹੀ ਕਰਵਾਉਣ। ਕਾਸ਼ੀ ਬਨਾਰਸ ਦੇ ਵਿੱਚ ਭਗਤ ਰਵਿਦਾਸ ਜੀ ਦਾ ਆਗਮਨ ਹੈ। ਉੱਥੇ ਹੀ ਉਹਨਾਂ ਦੇ ਬਹੁਤ ਜ਼ਿਆਦਾ ਕੌਤਕ ਹਨ। ਉੱਥੇ ਹੀ ਉਹਨਾਂ ਦਾ ਘਰ ਹੈ ਪਿੰਡ ਦੇ ਵਿੱਚ। ਉੱਥੇ ਹੀ ਉਹਨਾਂ ਨੇ ਆਪਣੇ ਗੁਰੂ ਨੂੰ ਧਾਰਨ ਕੀਤਾ। ਉੱਥੇ ਹੀ ਬਹਿ ਕੇ ਉਹਨਾਂ ਨੇ ਇਲਾਹੀ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 40 ਸ਼ਬਦ ਹਨ ਉਹਨਾਂ ਨੂੰ ਉਚਾਰਨ ਕੀਤਾ ਔਰ ਗੁਰੂ ਨਾਨਕ ਪਾਤਸ਼ਾਹ ਨੇ ਉਹ ਬਾਣੀ ਲੈ ਕੇ ਇਕੱਠੀ ਕਰਕੇ ਅੱਗੇ ਫਿਰ ਗੁਰੂਆਂ ਨੂੰ ਭਾਈ ਲਹਿਣਾ ਜੀ ਦੇ ਕੋਲ, ਫਿਰ ਅੱਗੇ ਬਾਬਾ ਮੋਹਨ ਜੀ ਦੇ ਕੋਲ ਉੱਥੇ ਤੱਕ ਪਹੁੰਚ ਗਏ। ਫਿਰ ਬਾਅਦ ਵਿੱਚ ਤੁਹਾਨੂੰ ਪਤਾ ਹੈ ਵੀ ਕਿਵੇਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹ ਅੰਕਿਤ ਕੀਤੀ ਗਈ ਪੰਜਵੇਂ ਪਾਤਸ਼ਾਹ ਜੀ ਵੱਲੋਂ। ਸੋ ਭਗਤ ਰਵਿਦਾਸ ਜੀ ਮਹਾਰਾਜ ਦੇ ਜੋ ਸ਼ਬਦ ਹਨ, ਜੋ ਉਹਨਾਂ ਦੀ ਸਿੱਖਿਆ ਹੈ, ਜੋ ਉਹਨਾਂ ਦੇ ਸਿਧਾਂਤ ਹਨ, ਉਹ ਸਮਕਾਲੀ ਜਿੰਨੇ ਵੀ ਭਗਤ ਹੋਏ ਹਨ ਜਦੋਂ ਉਹਨਾਂ ਦੀ ਅਸੀਂ ਸਿੱਖਿਆ ਨੂੰ ਪੜ੍ਹਦੇ ਹਾਂ ਲਗਭਗ ਉਦੋਂ ਦਾ ਦ੍ਰਿਸ਼ ਜਿਹੜਾ ਇੱਕੋ ਵਰਗਾ ਹੀ ਦਿਸਦਾ ਕਿਉਂਕਿ ਸਮਕਾਲੀ ਹਨ। ਉਦੋਂ ਦੀ ਜਾਤ ਪਾਤ, ਛੂਤ ਛਾਤ, ਅਨਪੜ੍ਹਤਾ, ਗਰੀਬੀ, ਗਰੀਬ ਦਾ ਸ਼ੋਸ਼ਣ, ਔਰਤ ਨੂੰ ਪੂਰਾ ਹੱਕ ਨਾ ਮਿਲਣਾ, ਸਤੀ ਪ੍ਰਥਾ ਜਾਂ ਹੋਰ ਭੈੜੀਆਂ ਕੁਰੀਤੀਆਂ ਜਿਹੜੀਆਂ ਸਨ ਉਹ ਬਹੁਤ ਜ਼ਿਆਦਾ ਸਮਾਜ ਵਿੱਚ ਪ੍ਰਚਲਿਤ ਸਨ, ਜਾਂ ਜਿਹਨੂੰ ਕਹਿ ਦਈਏ ਬਾਹਮਣਵਾਦ ਬਹੁਤ ਪ੍ਰਚਲਿਤ ਸੀ। ਧਾਰਮਿਕ ਜਾਂ ਧਰਮੀ ਜਾਂ ਧਾਰਮਿਕ ਬਣਨਾ ਇਹ ਆਮ ਬੰਦੇ ਦੇ ਲਈ ਨਹੀਂ ਸੀ। ਇਹ ਕੇਵਲ ਉੱਚੀ ਕੁਲ ਵਾਲਿਆਂ ਦੇ ਕੋਲ ਸੀ ਧਰਮ। ਧਾਰਮਿਕ ਬਣਨਾ, ਧਾਰਮਿਕ ਆਗੂ ਬਣਨਾ ਜਾਂ ਕਿਸੇ ਵੀ ਧਰਮ ਨੂੰ ਰਿਪਰੈਜ਼ੈਂਟ ਕਰਨਾ ਇਹ ਹੱਕ ਨਹੀਂ ਸੀ। ਇਹ ਸਾਡੇ ਗੁਰੂ ਨਾਨਕ ਨੇ, ਗੁਰੂ ਅਰਜਨ ਦੇਵ ਜੀ ਨੇ ਪੂਰਨ ਹੱਕ ਸਾਰਿਆਂ ਨੂੰ ਦਿੱਤੇ। ਕੋਈ ਵੀ ਯੋਗ ਬਣ ਕੇ ਜੇ ਯੋਗ ਹੈ ਤੇ ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹਨੂੰ ਜੀ ਆਇਆ ਹੈ, ਉਹਨੂੰ ਗੁਰੂ ਘਰ ਦੇ ਵਿੱਚ ਜੀ ਆਇਆ ਹੈ। ਉਹ ਗੁਰੂ ਘਰ ਦੇ ਵਿੱਚ ਕੁਝ ਵੀ ਸੇਵਾ ਕਰ ਸਕਦਾ, ਕੁਝ ਵੀ ਬਣ ਸਕਦਾ। ਧਿਆਨ ਦੇਣਾ, ਕਿਸੇ ਵੀ ਜਾਤ ਦਾ ਹੋਵੇ, ਕਿਸੇ ਵੀ ਜਾਤ ਪਾਤ ਦਾ ਕੋਈ ਨਹੀਂ, ਗੁਰੂ ਸਾਹਿਬ ਨੇ ਰੱਖਿਆ। ਉਹ ਸਾਧ ਸੰਗਤ ਜੀ ਪ੍ਰਚਾਰਕ ਬਣ ਸਕਦਾ, ਪ੍ਰਬੰਧਕ ਬਣ ਸਕਦਾ, ਕੀਰਤਨੀਆਂ ਬਣ ਸਕਦਾ, ਉਹ ਕਥਾਕਾਰ ਬਣ ਸਕਦਾ, ਉਹ ਗ੍ਰੰਥੀ ਬਣ ਸਕਦਾ, ਸਭ ਕੁਝ ਬਣ ਸਕਦਾ। ਗੁਰੂ ਪਾਤਸ਼ਾਹ ਨੇ ਕਿਹਾ ਜਿਹਦੇ ਵਿੱਚ ਯੋਗਤਾ ਹੋਵੇਗੀ ਉਸ ਨੂੰ ਵਡਿਆਇਆ ਜਾਏਗਾ, ਉਸ ਨੂੰ ਰਿਸਪੈਕਟ ਇੱਜ਼ਤ ਦਿੱਤੀ ਜਾਏਗੀ। ਸੋ ਭਗਤ ਰਵਿਦਾਸ ਜੀ ਵੀ ਇਸ ਸੰਸਾਰ ਤੇ ਆਏ ਤੇ ਉਸ ਸਮੇਂ ਜਿਹੜਾ ਸੀ ਛੂਤ ਛਾਤ ਜਾਤ ਪਾਤ ਦਾ ਤੇ ਉੱਚੀ ਕੁਲ ਵਾਲੇ ਹੀ ਕੇਵਲ ਰੱਬ ਦੇ ਨਾਲ ਜੁੜ ਸਕਦੇ ਸੀ। ਬ੍ਰਾਹਮਣ ਹੀ ਟੱਲੀਆਂ ਖੜਕਾ ਸਕਦੇ ਸੀ, ਸ਼ਾਸਤਰ ਉਹੀ ਪੜ੍ਹ ਸਕਦੇ ਸੀ, ਗਿਆਨ ਉਹੀ ਦੇ ਸਕਦੇ ਸੀ, ਪੂਜਾ ਉਹੀ ਕਰ ਸਕਦੇ ਸੀ, ਦੂਜੇ ਨੂੰ ਹੱਕ ਨਹੀਂ ਸੀ।
बस बेइनसाफी दे विरुद्ध भगत बोले, भावें उन्होंने कुटिया, भावें उन्होंने मारिया, भावें उन्होंने लख विरोधता की, पर उन्हों का निश्चा सी, उन्हों की दृढ़ता, उन्हों का संकल्प बहुत ज़्यादा जिहड़ा सी वो तगड़ा सी। वो अपने मिशन तो पिछे नहीं होए। भगत जिहड़े ने वो अपने मिशन तो पिछे नहीं होए। जे कोई झूठा है तो उन्होंने झूठा कहा, जे कोई सच्चा है तो उसनों सच्चा कहा। दुनिया की नाशवानता नूं बिल्कुल क्लीयर भगतां ने चितरिया, बिल्कुल चितरिया। उन्हां दी बाणी दे विचों जीवन जिउण दी जाच मिलती है। उन्हां दी बाणी दा कोई भी शब्द लै लीए, जब हम होते तब तू नाही, अब तू ही मैं नाही। कहंदे जब हम दा मतलब हुंदा है मेरे विच हूँ, हंकार मुझ में रहा ना हूँ। जदों मैं मेरी सी उदों तक वो रब भगवान माधवे वो उदों नहीं सी, मैनूं दिसिया जां मेरे कोल नहीं सी। ते जदों मेरे विचों मैं मिट गई तो फिर मैनू वो माधो दिसिया, जब हम होते तब तू नाही, अब तू ही मैं नाही। हुण मेरे विच वो मैं पन, मेरा पन, मेरी मेरी नहीं है, क्योंकि मेरे हृदय विच तू वसिया। तो ही मोही, मोही तो ही अंदर कैसा कनक कटक जल तरंग जैसा, जो पै हम ना पाप करंता अहे अनंता, पतत पवन नाम कैसो हुंदा। तुम जो नायक आछो अंतर जामी, प्रभ ते जन जानी जय, जन ते स्वामी। इस करके भगतां ने उस हुण इन्ना समा नहीं भी ये शब्द की सारी व्याख्या की जाए। परमात्मा की है, उहदे बनाए हुए बंदे की हन, उहदा सुभाअ किदां दा, असीं उहदे विच किवें अभेद होना, वो सानूं किवें बख्शेगा, वो समदल किवें है, समझावे को। ये सारा कुछ उन्होंने बाणी दे विच लिखिया। सो भगत रविदास जी एक सच्ची सुच्ची किरत करन वाले सन। इतिहास विच लिखिया वो इन्ना माधो दे नाल जुड़दे सन, इन्ना परमात्मा दे नाल जुड़दे सन। उन्हां दा जद्दी पुश्ती कम सी जोड़े गंढना। दुनिया दे विच ध्यान देना, कोई भी कम नीवा जां नीच हुंदा, कम करके किसी नूं नीच कहना अज्ञानता है। देखो कोई भी कम नीवा नहीं हुंदा, नीच नहीं हुंदा। साडे बच्चे प्रदेशां दे विच जाके मैं भी देखिया, तुसीं भी देखिया होएगा, किहड़े किहड़े काम करदे हन, हर तरह दे काम करदे हन। इहदा मतलब कोई नीच थोड़ा हो गया। काम करन वाले नूं नीच नहीं, गुरबाणी किरती कहंदी है। काम करन वाला किरती है। जे दुनिया दे विच ध्यान देना, जोड़े गंढण वाले, चम छूण वाले, कपड़े छूण वाले, कपड़े रंगण वाले, लोहा कुट्टण वाले, लकड़ां दीयां चीज़ां बनाउण वाले, मिस्त्री घर बनाउण वाले, जां होर घुमियार ठठियार पता नहीं किहड़े किहड़े जे ना हुंदे ते साडा जीवन ही नहीं सी संभव होना। मैनू तो एक काम आउंदा है, ध्यान देना, मैनू फसल थोड़ा उगाउणी आउंदी है, मैनू किसान चाहिए है। मैं तुहाडे नाल रब की गल कर सकदा, बाणी की गल सुना सकदा, मैनू जोड़े थोड़ा गंढने आउंदे ने, मैनू होर कोई चीज़ां थोड़ा करनियां आउंदियां। वो तो मैनू उस बंदे कोल जाना पेगा, वो मेरी पूर्ति करेगा। मैनू सब्जी चाहिए, सब्जी दुकान पर जाना, मठियाई चाहिए, जिन्हों हलवाई नूं बनाउणी आउंदी उहदे कोल ही जावांगा ना, वो मेरी लोड़ की पूर्ति करेगा। तो जे वो सानू सोहनी मठियाई खुआवे, सानू सोहना जोड़ा पवावे, सानू सोहने कपड़े सी के दवे, हैं सानू कपड़े रंग के, चुन्नी रंग के, ललारी दवे, तो वह नीच हो गया? वो नीच नहीं हुंदा भाई, वो नीच नहीं हुंदा। गुरु नानक दी बाणी, गुरु ग्रंथ साहब जी दी बाणी ने उन्होंने किरती कहा, किरती। उन्होंने बाणी दे विच कहा किरती। नीचा अंदर नीच जाते, गुरु नानक पातशाह जी कहते नीची हूँ अत नीच, नानक तिनकै संग साथ, वड्डियां स्यों क्या रीस। इस करके नीच वो है जिस दे विचार माड़े ने, जिस दी सोच माड़ी है, जिस दे अंदर दया नहीं है, जिस दे अंदर निम्रता नहीं है, जिस दे अंदर केवल ते केवल दुनियावी गलबात ही है, होर कोई गल नहीं है, केवल निंदिया ही माड़ियां गल्लां ही हन। नीच बाणी विच उसनूं क्या। एक होर मैं तुहानूं पंक्ति सुना दिना, 426 अंग गुरु ग्रंथ साहब दा ते गुरु अमरदास जी दी बाणी। बिन नावे सब नीच है, बिष्टा का कीड़ा होए।
अंग भी तुहानूं दस दिता। महाराज जी ने बाणी विच लिखिया, जिन्हां दे कोल नाम भजन नहीं है, भावें वो किसी भी धर्म का बंदा है, चाहे हिंदू है, मुसलमान है, सिख है, ईसाई है जां होर है, वो अपने धर्म का जो वह नाम है वह लवे। जे वो नहीं लैंदा तो गुरु ग्रंथ साहब जी की बाणी विच लिखिया, बिन नावे सब नीच है, बिष्टा का कीड़ा होए। वो मनुख नहीं, बिष्टा का कीड़ा बाणी दे विच उसनूं लिखिया। कीटा अंदर कीट कर दोषी दोष धरे उसनूं लिखिया। भगत रविदास महाराज जी एक किरती हन, वो दसां नौहां की किरत करते ने, मालक की बाणी पढ़ते ने, शब्द गाते ने। कोई भी उन्होंने कोई पैसा धेला दे जाता तो लै लेंदे ने, जे कोई नहीं दे के जाता तो उहदे कोल मंगदे भी नहीं। तो उन्हों दे जिहड़े पिता जी सन तो वो इन्हां दियां ये चीज़ां देख के उन्होंने गुस्से हुंदे सन भी तू चज दे नाल काम नहीं करदा, ते तेरा विआह भी हो गया, तेरे बच्चे भी ने, तेरा परिवार अगे किदां चलेगा। वो कहते भी मालक चलाउण वाला है, मालक देने वाला है, मैं थोड़ो इन्हों पालना, मैं थोड़ो पालना, पालना उसने है। पर उन्हों की गल नूं वो समझ ना सके। कहते जे तू इस तरह करना है तो तू अपना कमा के खा। कहते उन्होंने मतलब घर तो बाहर कर दिता। उन्होंने बाहर जिहड़ी है रस्ते के उपर कुली पाली छन कह लीए, उत्थे ही उन्हां दा परिवार उत्थे ही वो जोड़े बाहर गंढदे ते उत्थे उन्हां दे कोल जो भी आउंदे उत्थे ही बहिंदे ते रब दी गल सुणदे ते करदे। जिसने जोड़ा गंढाउणा हुंदा ते वो जोड़ा भी गंढाउंदा। जिहदा मन साफ है उन्हूं रब दे नाल गंढ के भेजदे। ध्यान देना, जिहड़ा सतपुरख है ना, कबीर चंदन का बिरवा भला बीड़ियो ढाक पलास, ओए भी चंदन होए रहे बसे जो चंदन पास। वो उसनूं जिहड़ा बिल्कुल है रब दे नाल गंढ के जाएगा, क्योंकि जिवें दा उसदा सुभाव होएगा उस तरह ने दे नाल उसने अपनी महक देनी है, सुभाव रूपी महक। इस करके रविदास महाराज जी दे कोल जिहड़ा भी आउंदा है वो जोड़े ते गंढाउंदा ही गंढाउंदा है। पर जदों उन्होंने रब दे नाल जुड़े होए नूं वेखदा है तो वह भी मन रब नाल गंढिया जांदा है, उसनूं भी चंगा लगदा है ते वह भी भगत जी का शिष्य बन जांदा है, भगत दा प्यारा बन जांदा है। तू भगतां कै वस भगतां तान तेरा। भगतां दे कोल बड़ी वड्डी एक ताकत हुंदी है, प्रेम दी भाषा। प्रेम की भाषा जिहड़ी है सब तो वड्डी एक जुगती है, सब तो वड्डा मंत्र है, दूजे नूं अपने वस विच करना। कल भी मैं तुहानूं सुनाया सी, जिसने दूजे नूं वस विच करना है वो प्रेम की भाषा सुनाए पढ़े तो दूजा तुहाडे वस विच आ जाएगा। बाबे फरीद दीयां पंक्तियां सुनाइयां सी ना, कवन सो अखर कवन गुण कवन सो मणिया मंद, कवन सो वेसो हो करी जित वस आवी कंद। तो उन्हें कहा सी दूजी ने जीवात्मा ने, निवन सो अखर खवन गुण जेवा मणिया मंद, ये त्रै भैणे वेश कर तां वसी आवी कंत। मैं अपने घर भी सुखी तां वसदी हाँ, मैं सारिਆਂ नाल मिठा बोलदी हाँ, निमरता विच रहिंदी हाँ, सब दा सत्कार करदी हाँ, प्यार वंडदी हाँ, प्रेम करदी हाँ। इस करके सारे घर दे मैनू प्यार करदे ने, मेरे कहने विच ने ते साडा घर स्वर्ग बनिया होया। तू भी मिठास धारण कर, निवन सो अखर खवन गुण निव के रह, ते मिठे मिठे बचन मूँह दे विचों बोल। प्रेम दे नाल सारे ही कीले जाणगे। एक मंत्र है, प्रेम सब तो वड्डा मंत्र है। जे किसी नूं मंत्र इस्तेमाल करना आ जाए, जिहड़े प्रेम नूं समझ लैंदे ने दुनिया ते राज करदे ने, राज। ध्यान देना, जे किसी ने किसी भी फील्ड दे विच तरक्की करनी है तो वह प्रेमी बनना पैना उन्हों, चाहे उसने धार्मिक दुनिया दे विच चाहे बाहरली दुनिया दे विच। कोई दुकानदारी है, उसकी जबान कौड़ी है तो गाहक नहीं उसकी दुकान ते चढ़दा, तो जे उसकी जबान मिठी है, बड़े देखे ने प्यारी जबान है, तो वह कहता कुछ भी ना लियो, तुहानूं उदां ही मैं सौदा दिखा देना, कोई गल नहीं भैन जी भरा जी आ जाओ, कोई गल नहीं, बैठो, पानी पियोगे, जल छोगोगे, चाह पियोगे। इदां दीयां गल्लां जदों करदा तो बंदा कहता कुछ लै ही चलो। तो जिहड़ा कहता है की नूं हथ लाया, किधर मूँह चुक्या, की एक काम इनू समान उथल पुथल कर रहे हो, वो बंदा चुप करके उत्थों निकल जाता है। इस करके प्रेम दे नाल दिलां ते राज किया जा सकता है, प्रेम दे नाल दुनिया ते राज किया जा सकता है, देश ते राज किया जा सकता है, महल्ले च राज किया जा सकता है, पिंड दे राज किया जा सकता है, परिवार दे जियां ते राज किया जा सकता है। सब तो वड्डी गल
खुद ते राज किया जा सकता है। आप सवारे मैं मिले, रब नूं ते अंदरों ही मिलना ना। ते अंदरों जे तू प्रेम की भाषा नूं समझिया, तू अंदरों राजा बन जाना। आप सवारे मैं मिलिया सुख होए फरीदा जे तू मेरा हो रहे सब जग तेरा होए। सो मैं तुहानूं कल भी सुनाया सी पिछले दिनों के विच भगत रविदास जी बारे भी मीरा बाई ते राणी झाली उन्हां दियां बहुत प्यारियां भगतड़ियां असीं कह सकते हैं, शिश कह सकते हैं होईयां हन। ते मीरा बाई बारे मैं तुहानूं कल परसों सुना दिता सी भी वो भगत रविदास महाराज जी दी वो चेली बन गई और उहदा जिहड़ा परिवार सी, उहदे जिहड़े भैन भरा सी, उन्हां दे जिहड़े शरीक सी मीरा बाई दे, वो बड़े ताने मारदे सी भी साडी नक नहीं रहिंदी, साडी इज्जत नहीं रहिंदी, तू नीवीं जात वाले दे जाके रहिंदी है और उन्होंने अपना गुरु बना लिया है, ये तू की कीता, तू वापस आ जा। इतिहास में लिखिया भी उन्होंने बड़ा परेशान किया जाता सी और उन्होंने जहर का प्याला पीण तक मजबूर कर दिता गया। और कहते ने वो बाणी दे नाल इन्ना जुड़ चुके सन कि उन्हां दे कमरे दे विच जिहड़े सी सप तक छड़ दिता गया सी मारन दे लई, उन्हां नूं दुख देण दे लई जहरां देण दित्तियां गईयां, पर उन्हां दा कुछ बिगाड़ नहीं सके। गुर का बचन बसे जी नाले, जल नहीं डूबे तस्कर नहीं लेवे, भाए ना साके जाले। भावें उन्हां नूं पहाड़ तों सुट दो, भावें उन्हां नूं जहर पा दिओ, भावें उन्हां नूं उहदे कमरे 'च सप छड़ दिओ, सप लड़ा दिओ, भगत दा कुछ भी नहीं बिगड़दा। क्योंकि महाराज जी ने बाणी दे विच लिखिया भी हर जुग जुग भगति उपाया, पैज रखदा आया राम राजे। उधर राणी झाली ये भी राजियां दी जिहड़ी सी पुत्री सी, ते इनू भी प्रेम बहुत सी भगत रविदास महाराज जी दे नाल। ये भी आई, इन्हें भी बख्शिशां कीतियां, ये ते भी महाराज ने बख्शिशां कीतियां। ये घोड़ियां हाथियां ते चढ़ के आई ते बहुत सारा जिहड़ा समान लैके आए सी, ये भेटा दे विच लै आई। पंडित इन्हां दे पिछे पै गए भी ये इन्ना समान कित्थे लैके चली है। कहती मैं अपने उस गुरु वास्ते, मैं अपने उस मालक वास्ते लैके जा रही हाँ। इस करके जो रब दा प्यारा वो सब तो सुंदर चीज़ अपने गुरु नूं अर्पित करता है। सो राणी झाली ने इनवाइट किया सी भगत रविदास जी नूं, तुसीं साडे घर उत्थे आयो, चितौड़ आयो, तो साडे घर तुहानूं प्रशादा पानी छकावांगे, तुहाडी सेवा करनी है, साडे घर आयो। भगत रविदास महाराज जी दी क्यों ये लंबियां साखियां न, समा इजाजत नहीं दिंदा। उन्होंने इनवाइट किया सी अपने घर, राणी झाली ने भी मेरे घर आयो, तुम घर आवो मेरे मीत। ये केवल स्टोरियां नहीं भी खुश होने वास्ते है, ये सानू मैसेज देंदियां जे भगतां ने किसी को अपने घर बुलाया, असीं भी किसी गुरमुख नूं अपने घर बुलाइए। कोई खाण पीण दा दुनिया दे विच भुखा नहीं हुंदा, ध्यान देना। कोई भी बंदा जिहड़ा साडा इलाका, साडे इलाके दी किरपा ही बड़ी है, इन्ना रिजक दिता है गुरु नानक पातशाह ने, बाबा प्रेम सिंह की किरपा चढ़दी तो चढ़दी कला वाले ने। जे कोई मजदूरी भी करता तो वह भी वधिया तरीके नाल छकदे ने, हर बंदा सैटिस्फाई है, मैं कह सकता हाँ। इस करके कोई भी किसी चीज़ का भुखा नहीं हुंदा, हर बंदा रिस्पैक्ट इज्जत का भुखा हुंदा। ये जे किसी को चज होवे तो दे देंदा ते इज्जत अग्यों लै लैंदा। जिन्हों सिखाया नहीं गया जां सिक्ख्या नहीं लई, ना इज्जत दे सकदा, इज्जत कमा भी नहीं सकदा, लै भी नहीं सकदा ते दे भी नहीं सकदा। इज्जत लैण दे लई इज्जत देनी पैंदी है। इस करके सानू भगतां दी बाणी दसदी है, तुसीं भी क्या करो, साडे घर कोई रूह आवे, साडे घर कोई रब दा प्यारा आवे, पता नहीं ਉਹਦੇ ਮੂੰਹ ਦੇ ਵਿੱਚੋਂ ਕੀ ਬੋਲ ਨਿਕਲ ਜਾਏ, ਕੁਲਾਂ ਤਾਰ ਕੇ ਚਲਾ ਜਾਏਗਾ। ਸਾਰੀ ਜ਼ਿੰਦਗੀ ਦੇ ਲਈ ਬਰਕਤਾਂ ਝੋਲੀਆਂ ਦੇ ਵਿੱਚ ਪਾ ਕੇ ਚਲਾ ਜਾਏਗਾ। ਇਸ ਕਰਕੇ ਸਤਸੰਗ ਜੀ, ਖਾਣ ਪੀਣ ਵਾਲੇ ਰਿਸ਼ਤੇਦਾਰਾਂ ਨੂੰ, ਯਾਰਾਂ ਨੂੰ ਤੇ ਬਥੇਰਾ ਪਾਰਟੀਆਂ ਦੇ ਵਿੱਚ ਅਸੀਂ ਬਹਾਉਂਦੇ ਹਾਂ, 10-10 12-12 ਵਜੇ ਤੱਕ ਗੱਲਾਂ ਨਹੀਂ ਮੁੱਕਦੀਆਂ। ਕਦੀ ਕਿਸੇ ਰੱਬ ਦੇ ਪਿਆਰੇ ਨੂੰ ਵੀ ਕੁਝ ਚਿਰ ਲਈ ਬਹਾਇਆ, जे नहीं बिठाया तो बिठाना चाहिए। मैं नहीं कहता, गुरु अमरदास जी कहते ने, आवो हो सिख सत गुरु के प्यार हो, गावो सच्ची बाणी,
ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰਵਾਣੀ। ਕਿਉਂਕਿ ਜਦੋਂ ਰੱਬ ਦੇ ਪਿਆਰੇ ਨੂੰ ਰੱਬ ਦਾ ਪਿਆਰਾ ਮਿਲਦਾ ਤੇ ਉਹ ਰੱਬ ਦੀ ਗੱਲ ਕਰਦਾ। ਕੋਈ ਸਤਿਪੁਰਖ ਮਿਲੇਗਾ ਉਹ ਚੰਗੀ ਗੱਲ ਕਰੇਗਾ ਤੇ ਉਹ ਕੇਵਲ ਚੰਗੀ ਗੱਲ ਨਹੀਂ ਕਰੇਗਾ। ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ। ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ। ਢੋਈ ਤਿਸੀ ਨੋ ਮਿਲੇ ਜਿਨ ਪੂਰਾ ਗੁਰੂ ਲੱਭਾ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਖਾਲਸੇ ਨੂੰ ਕਿਹਾ ਗੁਰੂ ਗੋਬਿੰਦ ਸਿੰਘ ਨੇ ਮੈਂ ਹੀ ਆਏ ਮੇਰਾ ਹੀ ਰੂਪ ਹੈ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕੀ ਕਿਹਾ? ਮੈਂ ਕਹਿੰਦਾ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ। ਦੇ ਖਾਲਸੇ ਨੂੰ ਕਿਸੇ ਨੇ ਘਰ ਬੁਲਾਇਆ। ਦੁਨੀਆ ਦੇ ਵਿੱਚ ਕੋਈ ਐਸਾ ਬੰਦਾ ਨਹੀਂ ਜਿਹਦੇ ਵਿੱਚ ਔਗਣ ਨਹੀਂ। ਧਿਆਨ ਦੇਣਾ, ਦੁਨੀਆ ਦੇ ਵਿੱਚ ਕੋਈ ਐਸਾ ਬੰਦਾ ਨਹੀਂ ਜਿਹਦੇ ਵਿੱਚ ਔਗਣ ਨਹੀਂ। ਕੇਵਲ ਇੱਕ ਰੱਬ ਹੈ ਬਾਣੀ ਵਿੱਚ ਲਿਖਿਆ ਜਿਹ 'ਚ ਔਗਣ ਨਹੀਂ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਇਸ ਕਰਕੇ ਕਿਸੇ ਦਾ ਇੱਕ ਔਗਣ ਦੇਖ ਕੇ ਉਹਨੂੰ ਇਗਨੋਰ ਕਰਨਾ ਅਗਿਆਨਤਾ ਹੈ। ਜੇ ਕੋਈ ਗੁਰਮੁਖ ਬੰਦਾ ਹੈ ਤੇ ਸਾਡੇ ਜ਼ਿਹਨ ਵਿੱਚ ਆ ਜਾਏ ਇਹ ਉਹਦੇ ਵਿੱਚ ਬੜਾ ਭੈੜਾ ਔਗਣ ਹੈ। ਤੇ ਜਿਹੜਾ ਕਹਿ ਰਿਹਾ ਉਹ ਵੀ ਆਪਣੇ ਆਪ ਨੂੰ ਗੁਰਮੁਖ ਪਿਆਰਾ ਕਹਿ ਰਿਹਾ, ਉਹ ਆਪ ਵੀ ਦੇਖੇ ਤੇਰੇ ਵਿੱਚ ਵੀ ਤੇ ਕੋਈ ਹੈ ਹੀ ਹੈ ਨਾ। ਤੂੰ ਦੱਸ ਦੁਨੀਆ ਦੇ ਕਿਸ ਬੰਦੇ ਵਿੱਚ ਔਗਣ ਨਹੀਂ। ਔਗਣ ਨਹੀਂ ਦੇਖੀਦੇ ਹੁੰਦੇ, ਗੁਣ ਦੇਖੀਦੇ ਹੁੰਦੇ ਨੇ। ਗੁਣ ਕਰਕੇ ਸਾਂਝ ਬਣਦੀ ਹੈ, ਔਗਣ ਕਰਕੇ ਦੂਰੀ ਬਣਦੀ ਹੈ। ਗੁਰਬਾਣੀ ਵਿੱਚ ਲਿਖਿਆ ਬਾਬਾ ਨਾਨਕ ਕਹਿੰਦੇ ਨੇ ਸਾਂਝ ਕਰੀਜੈ ਗੁਣੇ ਕੇਰੀ ਛੋੜ ਅਵਗੁਣ ਚੱਲੀਏ। ਗੁਰਮੁਖ ਨੂੰ ਆਪਣੇ ਘਰੇ ਬਿਠਾਇਆ ਕਰੀਏ, ਗੁਰਮੁਖ ਨੂੰ ਬੁਲਾਇਆ ਕਰੀਏ ਕੇਵਲ ਖਾਣ ਪੀਣ ਦੇ ਲਈ ਨਹੀਂ। ਵੈਸੇ ਵੀ ਕੋਈ ਪਾਣੀ ਦਾ ਗਲਾਸ ਪਿਆ ਕੇ, ਚਾਹ ਦਾ ਕੱਪ ਪਿਆ ਕੇ ਕੋਈ ਰੱਬ ਦੀ ਗੱਲ ਛੇੜ ਲਵੇ। ਹੋ ਸਕਦਾ ਕਰਮ ਕੱਟੇ ਜਾਣ, ਹੋ ਸਕਦਾ ਪਿਛਲਾ ਸਾਰਾ ਕਲੀਅਰ ਹੋ ਜਾਏ, ਅੱਗੇ ਕੋਈ ਫਲ ਮਿਲ ਜਾਏ। ਇਹ ਮੈਂ ਐਵੇਂ ਨਹੀਂ ਕਹਿੰਦਾ, ਬਹੁਤ ਕੁਛ ਪੜ੍ਹਿਆ, ਬਹੁਤ ਗੁਰੂ ਦੀ ਕਿਰਪਾ ਨਾਲ ਕਿਸੇ ਕੋਲੋਂ ਸਿੱਖਿਆ ਤੇ ਇਹ ਚੀਜ਼ਾਂ ਤਾਂ ਤੁਹਾਡੇ ਨਾਲ ਸ਼ੇਅਰ ਕਰਦੀਆਂ। ਹੋ ਸਕਦਾ ਕਿਸੇ ਨੂੰ ਯਕੀਨ ਨਾ ਹੋਵੇ, ਉਹਦੀ ਆਪਣੀ ਮਰਜ਼ੀ ਹੈ। ਤੇ ਰਾਣੀ ਕਹਿੰਦੀ ਮੇਰੇ ਘਰ ਆਇਓ। ਕਹਿੰਦੇ ਦੇਖ ਲੈ ਲੋਕ ਲਾਜ ਬੜੀ ਖਰਾਬ ਹੈ, ਇਹ ਲੋਕੀ ਜਿਉਣ ਨਹੀਂ ਦਿੰਦੇ। ਕਹਿੰਦੇ ਕੋਈ ਨਹੀਂ, ਮੈਨੂੰ ਕੋਈ ਲੋਕ ਲਾਜ ਦੀ ਪਰਵਾਹ ਨਹੀਂ, ਕੋਈ ਜੋ ਮਰਜ਼ੀ ਕਹੀ ਜਾਣ। ਬਸ ਚਲੇ ਗਏ ਚਤੌੜ ਭਗਤ ਰਵਿਦਾਸ ਜੀ ਮਹਾਰਾਜ ਤੇ ਸਟੇ ਕਰਾਈ ਗਈ, ਉਹਨਾਂ ਨੂੰ ਸੋਹਣੀ ਰਿਹਾਇਸ਼ ਦਿੱਤੀ ਗਈ। ਮੈਂ ਸ਼ਾਰਟ ਵਿੱਚ ਸੰਖੇਪ ਦੇ ਵੀ ਤੁਹਾਡੇ ਨਾਲ ਵਿਚਾਰ ਕਰਾਂ। ਲੰਗਰ ਪਾਣੀ ਪ੍ਰਸ਼ਾਦੇ ਦਾ ਸਮਾਂ ਹੋ ਗਿਆ। ਬ੍ਰਾਹਮਣ ਪੰਡਤ ਸਾਰੇ ਆ ਗਏ, ਪੰਗਤਾਂ ਲੱਗ ਗਈਆਂ ਤੇ ਰਾਣੀ ਨੇ ਕਿਹਾ ਮਹਾਰਾਜ ਆਓ, ਸੰਗਤ ਬੈਠੀ ਹੈ, ਆ ਕੇ ਲੰਗਰ ਛਕ ਲਓ। ਭਗਤ ਜੀ ਕਹਿੰਦੇ ਕੋਈ ਨਹੀਂ, ਤੁਸੀਂ ਉਹਨਾਂ ਨੂੰ ਛਕਾ ਦਿਓ। ਉਹਨਾਂ ਨੂੰ ਪਤਾ ਸੀ ਛੂਤ ਛਾਤ ਦਾ। ਉਹ ਕਹਿੰਦੇ ਤੁਸੀਂ ਛਕਾ ਦਿਓ ਉਹਨਾਂ ਨੂੰ, ਅਸੀਂ ਕੋਈ ਗੱਲ ਨਹੀਂ ਬਾਅਦ ਛਕ ਲਾਂਗੇ। ਕਹਿੰਦੇ ਨਹੀਂ, ਤੁਸੀਂ ਵੀ ਉਹਨਾਂ ਦੇ ਨਾਲ ਹੀ ਛਕਣਾ ਹੈ। ਇਤਿਹਾਸ ਜੋ ਬਣਨਾ ਸੀ। ਜਦੋਂ ਭਗਤ ਰਵਿਦਾਸ ਮਹਾਰਾਜ ਜੀ ਉਹਨਾਂ ਬ੍ਰਾਹਮਣਾਂ ਦੇ ਵਿੱਚ ਜਾ ਕੇ ਬੈਠੇ ਤੇ ਉਹ ਇੱਕਦਮ ਖੜੇ ਹੋ ਗਏ ਤੇ ਉੱਚੀ ਉੱਚੀ ਬੋਲਣ ਲੱਗ ਪਏ। ਪਿੱਟ ਗਏ ਜੀ। ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਉਹ ਸੁਣਾਵਾਂ ਤੈਨੂੰ, ਮਤ ਪਿੱਟੇ ਵੇ ਮਤ ਪਿੱਟੇ। ਇਹ ਉਹ ਆਨਿਆ ਸਾਡਾ ਫਿੱਟੇ, ਉਹ ਤਨ ਫਿੱਟੇ ਫੇਰ ਕਰੇਣ, ਉਹ ਮਨ ਝੂਠੇ ਚੁੜੀ ਭਰੇਣ। ਕਹੋ ਨਾਨਕ ਸੱਚ ਧਿਆਈਐ, ਸੁੱਚ ਹੋਵੇ ਤਾਂ ਸੱਚ ਪਾਈਏ। ਉਹ ਕਿਸੇ ਦੇ ਪਰਛਾਵੇਂ ਦੇ ਨਾਲ ਕੋਈ ਪਿੱਟਦਾ, ਤੂੰ ਆਪਣੀ ਸੋਚ ਦੇ ਨਾਲ ਪਿੱਟਿਆ ਜਾਵੇਂਗਾ। ਤੂੰ ਆਪਣੀ ਗੰਦੀ ਸੋਚ ਦੇ ਨਾਲ ਪਿੱਟਿਆ ਜਾਵੇਂਗਾ। ਜਦੋਂ ਤੇਰੀਆਂ ਅੱਖੀਆਂ ਮਾੜਾ ਕਿਸੇ ਨੂੰ ਦੇਖਦੀਆਂ, ਨਫ਼ਰਤ ਨਾਲ ਦੇਖਦੀਆਂ ਨੇ ਦੂਜੇ ਨੂੰ, ਕਿਸੇ ਦੀ ਚਮੜੀ ਨੂੰ ਗਲਤ ਤਰੀਕੇ ਦੇ ਨਾਲ ਦੇਖਦੀਆਂ ਨੇ, ਉਦੋਂ ਤੂੰ ਪਿੱਟਿਆ ਜਾਂਦਾ। ਨਾ ਕਿ ਕਿਸੇ ਨੂੰ ਹੱਥ ਮਿਲਾਉਣ ਦੇ ਨਾਲ, ਗਲ ਵਕੜੀ ਦੇ ਨਾਲ ਤੇ ਪਿਆਰ ਵੱਧਦਾ, ਨਾ ਕੋਈ ਪਿੱਟਿਆ ਜਾਂਦਾ। ਜਿਨ੍ਹਾਂ ਨੂੰ ਭਗਤਾਂ ਨੇ ਗਲਵਕੜੀਆਂ ਪਾਈਆਂ ਨਾ, ਕੁਲਾਂ ਤਾਰ ਕੇ ਰੱਖ ਦਿੱਤੀਆਂ। ਬਿਧੀ ਚੰਦ ਨੂੰ ਲਾਇਆ ਸੀ ਨਾ ਸੀਨੇ ਦੇ ਨਾਲ, ਗੁਰੂ ਕਾ ਸੀਨਾ ਕਹਿ ਦਿੱਤਾ ਸੀ। ਇਸ ਕਰਕੇ ਇਹ ਤਾਂ ਸਮਝਣ ਵਾਲੀ ਗੱਲ ਹੈ, ਕੇਵਲ ਸੁਣਨ ਵਾਲੀ ਗੱਲ ਨਹੀਂ। ਜਦੋਂ ਭਗਤ ਜੀ ਬੈਠੇ ਸਾਰੇ ਉੱਠ ਕੇ ਕਹਿੰਦੇ ਅਸੀਂ ਪਿੱਟੇ ਗਏ, ਹੁਣ ਕੀ ਕਰੀਏ? ਤੁਸੀਂ ਇਸ ਚਮਾਰ ਬੰਦੇ ਨੂੰ ਸਾਡੇ ਵਿੱਚ ਬਿਠਾ ਦਿੱਤਾ, ਸਾਡੀ ਤੋਹੀਨ ਹੋਈ, ਸਾਡੀ ਨਿਰਾਦਰੀ ਹੋਈ, ਅਸੀਂ ਉੱਚ ਕੁੱਲ ਦੇ ਲੋਕ। ਭਗਤ ਜੀ ਕਹਿੰਦੇ ਰਾਣੀ ਤੈਨੂੰ ਆਖਿਆ ਸੀ ਇਹ ਨਾ ਕਰ। ਮੈਨੂੰ ਪਤਾ ਸੀ
ਕਹਿੰਦੇ ਕੋਈ ਗੱਲ ਨਹੀਂ, ਮੇਰੇ ਕੋਲ ਗਲਤੀ ਹੋ ਗਈ, ਤੁਸੀਂ ਛਕੋ ਪ੍ਰਸ਼ਾਦਾ, ਛਕੋ, ਕੋਈ ਗੱਲ ਨਹੀਂ। ਭਗਤ ਜੀ ਪਾਸੇ ਹੋ ਗਏ, ਅੰਦਰ ਚਲੇ ਗਏ। ਹੁਣ ਪੰਗਤਾਂ ਲੱਗੀਆਂ ਨੇ, ਪ੍ਰਸ਼ਾਦੇ ਜਦੋਂ ਛਕ ਰਹੇ ਨੇ, ਇਸ ਤਰ੍ਹਾਂ ਇਤਿਹਾਸ ਵਿੱਚ ਲਿਖਿਆ ਕਿ ਹਰ ਬ੍ਰਾਹਮਣ ਪੰਡਤ ਨੂੰ ਇੰਝ ਲੱਗੇ ਕਿ ਰਵਿਦਾਸ ਭਗਤ ਜੀ ਸਾਡੇ ਨਾਲ ਬਹਿ ਕੇ ਛਕਦੇ ਪਏ ਹਨ। ਜਿਹੜਾ ਵੀ ਆਪਣੇ ਸੱਜੇ ਖੱਬੇ ਨਿਗਾਹ ਮਾਰੇ ਉਸ ਨੂੰ ਇੰਝ ਮਹਿਸੂਸ ਹੋਵੇ ਵੀ ਭਗਤ ਜੀ ਸਾਡੇ ਨਾਲ ਬੈਠੇ ਹਨ। ਉੱਥੇ ਕੇਵਲ ਇਹ ਗੱਲ ਨਹੀਂ ਹੋਈ ਹੋਵੇਗੀ, ਹੋ ਸਕਦਾ ਇਤਿਹਾਸ ਵਿੱਚ ਘੱਟ ਲਿਖਿਆ ਹੋਵੇ, ਜਦੋਂ ਬਾਬਾ ਨਾਨਕ ਜੀ ਕਿਤੇ ਜਾਂਦੇ ਸੀ ਉੱਥੇ ਇਕੱਲੇ ਇੱਕ ਗੱਲ ਨਹੀਂ ਸੀ ਚੱਲਦੀ, ਉੱਥੇ ਅਗਲਿਆਂ ਨੂੰ ਮਨਾ ਕੇ ਆਉਂਦੇ ਸੀ ਦਲੀਲ ਦੇ ਨਾਲ, ਬਾਣੀ ਦੇ ਨਾਲ। ਤੇ ਇੱਥੇ ਵੀ ਭਗਤ ਰਵਿਦਾਸ ਜੀ ਦੇ ਕੋਲ ਬੜਾ ਕੀਮਤੀ ਖਜ਼ਾਨਾ ਸੀ, ਉਹ ਸੀ ਅਕਾਲ ਪੁਰਖ ਦੀ ਬਾਣੀ। ਔਰ ਬਾਣੀ ਦੇ ਨਾਲ ਉਹਨਾਂ ਨੂੰ ਸਮਝਾ ਦਿੱਤਾ ਤੇ ਫਿਰ ਕਹਿੰਦੇ ਨੇ ਉਹ ਸਾਰੇ ਹੀ ਬ੍ਰਾਹਮਣ ਪੰਡਤ ਜਿਹੜੇ ਸੀ ਭਗਤ ਰਵਿਦਾਸ ਮਹਾਰਾਜ ਜੀ ਦੀ ਸਿਧਾਂਤ ਸਿੱਖਿਆ, ਉਹਨਾਂ ਦੇ ਵਿਚਾਰ ਨੂੰ ਸੁਣ ਕੇ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਿਆ ਵੀ ਇਹ ਜੋ ਆਤਮਾ ਹੈ, ਕਹੋ ਕਬੀਰ ਹਮ ਰਾਮ ਕੀ ਅੰਸ਼। ਮੁਸਲਮਾਨ ਵੀ ਉਸ ਦੀ ਅੰਸ਼ ਹੈ, ਸਿੱਖ ਹਿੰਦੂ ਵੀ ਉਸ ਦੀ ਅੰਸ਼ ਹੈ। ਇਹ ਵੱਖਰੀ ਗੱਲ ਹੈ, ਕੋਈ ਆਪਣੇ ਆਪ ਨੂੰ ਵੱਖਰਾ ਮੰਨੇ, ਠੀਕ ਹੈ, ਉਹ ਵੱਖਰੀ ਗੱਲ ਹੈ ਕਿ ਵੀ ਇਹ ਮੇਰੇ ਘਰ ਦਾ ਪਾਣੀ ਹੈ, ਇਹ ਮੇਰੀ ਸਟੇਟ ਦਾ ਪਾਣੀ ਹੈ। ਪਾਣੀ ਤੇ ਉਸ ਕੁਦਰਤ ਦਾ ਦਿੱਤਾ ਹੋਇਆ। ਇਹ ਵੱਖਰਾ ਕੋਈ ਕਹੇ ਵੀ ਇਹ ਸਾਡੇ ਇਲਾਕੇ ਵਿੱਚ ਜਾਂ ਸਾਡੇ ਦੇਸ਼ ਵਿੱਚ ਸੂਰਜ ਚੜ੍ਹਦਾ, ਸੂਰਜ ਤੇ ਸਭ ਦਾ ਸਾਂਝਾ, ਪਾਣੀ ਸਭ ਦਾ ਸਾਂਝਾ, ਉਹ ਬਾਣੀ ਸਭ ਦੀ ਸਾਂਝੀ, ਗੁਰੂ ਨਾਨਕ ਸਭ ਦਾ ਸਾਂਝਾ, ਰੱਬ ਦੇ ਪੀਰ ਫਕੀਰ ਅਵਤਾਰੀ ਪੁਰਖ ਸਭ ਦੇ ਸਾਂਝੇ ਹੁੰਦੇ ਹਨ। ਅਸੀਂ ਲੋਕਾਂ ਨੇ ਉਹਨਾਂ ਨੂੰ ਵੰਡ ਕੇ ਰੱਖ ਦਿੱਤਾ। ਇਹ ਜਿਹੜੀ ਹੈ ਆਪਣੀ ਆਪਣੀ ਸੋਚ 'ਤੇ ਡਿਪੈਂਡ ਕਰਦਾ। ਸੋ ਭਗਤ ਰਵਿਦਾਸ ਮਹਾਰਾਜ ਜੀ ਨੇ ਆਪਣੀ ਜੋ ਬਾਣੀ ਦੇ ਨਾਲ ਸੈਟਿਸਫਾਈ ਕਰ ਦਿੱਤਾ ਔਰ ਦੁਨੀਆ ਨੂੰ ਇਹ ਦੱਸ ਦਿੱਤਾ ਵੀ ਅਸੀਂ ਜਿਹੜੇ ਸਾਰੇ ਹੀ ਉਸ ਅਕਾਲ ਪੁਰਖ ਦੇ ਪੁੱਤਰ ਹਾਂ, ਧੀਆਂ ਹਾਂ। ਇੱਥੇ ਕਰਮ ਕਰਕੇ ਕੋਈ ਉੱਚਾ ਹੋ ਸਕਦਾ, ਮਾੜਾ ਕਰਮ ਕਰਕੇ ਨੀਵਾਂ ਹੋ ਸਕਦਾ। ਇਸ ਕਰਕੇ ਚੰਗਾ ਕਰਮ ਕਰੋ, ਫਿਰ ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਇਸ ਕਰਕੇ ਦੇਖੋ ਅੱਜ ਦੇ ਯੁੱਗ ਦੇ ਵਿੱਚ ਵੀ ਕੋਈ ਵੀ ਜਿਸ ਵਿੱਚ ਲਿਆਕਤ ਹੈ, ਦੁਨੀਆ ਉਸ ਨੂੰ ਸਲੂਟ ਮਾਰਦੀ ਹੈ, ਉਸ ਦੀ ਕਦਰ ਕਰਦੀ ਹੈ। ਕਿਸੇ ਵੀ ਫੀਲਡ ਵਿੱਚ ਦੇਖ ਲਓ ਤੁਸੀਂ, ਜੇ ਕਿਸੇ ਕੋਲ ਲਿਆਕਤ ਨਹੀਂ, ਉਹ ਭਾਵੇਂ ਬ੍ਰਾਹਮਣ ਪੰਡਤਾਂ ਦਾ ਪੁੱਤਰ ਕਿਉਂ ਨਾ ਹੋਵੇ, ਉਹਨੂੰ ਵੀ ਰੇਹੜੀ ਲਾਣੀ ਪੈਂਦੀ ਹੈ। ਧਿਆਨ ਦੇਣਾ। ਅਤੇ ਜਿਹੜਾ ਪੜ੍ਹਦਾ ਐਜੂਕੇਸ਼ਨ ਦੇ ਵਿੱਚ ਮੱਲਾ ਮਾਰਦਾ ਹੈ ਔਰ ਜਿਹੜਾ ਵਧੀਆ ਤਰੀਕੇ ਦੇ ਨਾਲ, ਅਤੇ ਉਹ ਫਿਰ ਉਹਨੂੰ ਸਲੂਟ ਵੀ ਵੱਜਦੇ ਨੇ, ਉਹ ਫਿਰ ਉੱਚੇ ਅਹੁਦਿਆਂ 'ਤੇ ਵੀ ਚਲਾ ਜਾਂਦਾ ਹੈ। ਹੁਣ ਇਸ ਕਰਕੇ ਇਹ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਕਰਮ ਕੋਈ ਵੀ ਕਰ ਲੈ, ਕੋਈ ਵੀ ਕਰ ਲੈ, ਕੋਈ ਕਿਸੇ ਜ਼ਾਤ ਦਾ ਬੰਦਾ ਕਰਮ ਕਰ ਲੈ, ਉਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੇਖੋ ਇਹ ਜਿਨ੍ਹਾਂ ਦੀ ਬਾਣੀ ਹੈ ਉੱਚੀ, ਜਿਹਨੂੰ ਅਸੀਂ ਉੱਚੀ ਕੁੱਲ ਦੇ ਕਹਿੰਦੇ, ਉਹ ਵੀ ਨੇ ਉਹਦੇ ਵਿੱਚ, ਖੱਤਰੀ ਵੀ ਉਹਦੇ ਵਿੱਚ ਨੇ, ਹਿੰਦੂ ਵੀ ਉਹਦੇ ਵਿੱਚ ਨੇ, ਮੁਸਲਮਾਨ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ। ਅਤੇ ਜਿਹੜੀਆਂ ਅਸੀਂ ਨੀਵੀਆਂ ਜਾਤਾਂ ਕਹਿੰਦੇ ਹਾਂ, ਜਿਹਨੂੰ ਅਸੀਂ ਕਹਿੰਦੇ ਹਾਂ, ਗੁਰੂ ਸਾਹਿਬ ਨਹੀਂ ਕਹਿੰਦੇ, ਉਹ ਵੀ ਉਹਨਾਂ ਦੇ ਵਿੱਚ ਹਨ। ਇਸ ਕਰਕੇ ਜੀਵਨ ਵੱਡਾ ਹੁੰਦਾ ਹੈ, ਕਰਮ ਵੱਡਾ ਹੁੰਦਾ ਹੈ, ਨਾ ਕਿ ਕਿਸੇ ਦੀ ਜ਼ਾਤ ਵੱਡੀ ਹੁੰਦੀ ਹੈ। ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਓ ਨਵੈ, ਜਿਨ ਕੀ ਲੇਖੇ ਪੱਤ ਪਵੇ ਚੰਗੇ ਸਹੀ ਕੇ। ਸੋ ਵਿਸ਼ਾ ਤੇ ਬਹੁਤ ਵੱਡਾ, ਜਿੰਨਾ ਮਰਜੀ ਵੱਡਾ ਅਸੀਂ ਕਰ ਲਈਏ, ਆਪ ਨਹੀਂ ਕਰ ਸਕਦੇ, ਗੁਰਬਾਣੀ ਕਰਦੀ ਹੈ। ਭਗਤ ਕਬੀਰ ਜੀ ਦੀ ਬਾਣੀ ਦੇ ਐਸੀ ਚੋਟਾਂ ਮਾਰਦੀ ਹੈ, ਸ਼ਰੇਆਮ ਕਹਿ ਦਿੱਤਾ ਸੀ, ਕਹਿੰਦੇ ਹੋਰ ਜਗ੍ਹਾ ਤੋਂ ਜੰਮਣਾ ਸੀ ਤੂੰ ਬਾਹਮਣਾ। ਹੁਣ ਮੈਂ ਤੁਹਾਨੂੰ ਪੰਕਤੀ ਸੁਣਾਵਾਂਗਾ, ਜੇ ਤੂੰ ਮੈਨੂੰ ਕਹਿੰਦਾ ਨੀਚ 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 ਕਹਿੰਦਾ ਹੈ ਨਾ, ਕਹਿੰਦੇ ਜੋ ਤੋਂ ਬ੍ਰਾਹਮਣ ਬ੍ਰਹਮਣੀ ਜਾਇਆ, ਤੂੰ ਕਹਿੰਦਾ ਮੈਂ ਤੂੰ ਉਹ ਫਲਾਨੀ ਨੀਵੀਂ ਜਾਤ ਵਾਲੀ ਔਰਤ ਦਾ ਪੁੱਤ ਹੈ ਅਤੇ ਮੈਂ ਉੱਚੀ ਜਾਤ ਵਾਲੀ ਬਾਹਮਣੀ ਦਾ ਪੁੱਤ ਹੈ। ਅਤੇ ਸੁਣ ਮੇਰੀ ਗੱਲ, ਜੋ ਤੋਂ ਬ੍ਰਾਹਮਣ ਬ੍ਰਹਮਣੀ ਜਾਇਆ ਤੋ ਆਣ ਬਾਟ ਕਾਹੇ ਨਹੀਂ ਆਇਆ। ਫਿਰ ਤੈਨੂੰ ਹੋਰ ਤਰੀਕੇ ਦੇ ਨਾਲ ਜੰਮਣਾ ਚਾਹੀਦਾ ਸੀ, ਤੂੰ ਹੋਰ ਤਰੀਕੇ ਨਾਲ ਧਰਤੀ ਦੇ ਅੰਦਰ ਸਪੈਸ਼ਲ ਤਰੀਕੇ ਨਾਲ ਆਉਂਦਾ। ਤੂੰ ਕਿਉਂ ਉਸੇ ਹੀ ਵਿਧੀ ਵਿਧਾਨ ਦੁਆਰਾ ਆਇਆ ਜਿਸ ਦੁਆਰਾ ਮੈਂ ਆਇਆ। ਕੀ ਤੇਰੀਆਂ ਨਾੜਾਂ ਦੇ ਵਿੱਚ ਦੁੱਧ ਚੱਲਦਾ? ਕਿ ਮੇਰੀਆਂ ਨਾੜਾਂ ਦੇ ਵਿੱਚ ਲਹੂ ਚੱਲਦਾ ਜਾਂ ਮੇਰੀਆਂ ਨਾੜਾਂ ਦੇ ਵਿੱਚ ਦੁੱਧ ਚੱਲਦਾ? ਤੇਰੀਆਂ ਨਾੜਾਂ ਦੇ ਵਿੱਚ ਲਹੂ ਚੱਲਦਾ, ਗਰੁੱਪ ਉਹੀ ਨਿਕਲਣੇ ਨੇ। ਇਸ ਕਰਕੇ ਭਗਤਾਂ ਨੇ ਸਾਨੂੰ ਸੁਣਾ ਦਿੱਤਾ, ਗੁਰੂਆਂ ਨੇ ਸਾਨੂੰ ਸਮਝਾ ਦਿੱਤਾ। ਮਨ ਸਮਝਾਵਣ ਕਾਰਨੇ ਕਛੁਕ ਪੜੀਏ ਗਿਆਨ, ਇਹ ਵੱਖਰੀ ਗੱਲ ਹੈ।
ਕੋਈ ਸਮਝਣਾ ਚਾਹੇ ਜਾਂ ਨਾ ਚਾਹੇ, ਦਿਨ ਥੋੜ੍ਹੇ ਤੱਕੇ, ਥੋੜ੍ਹੇ ਦਿਨ ਰਹਿ ਗਏ ਨੇ, ਭਿਆ ਪੁਰਾਣਾ ਚੋਲਾ। ਜੇ ਨਹੀਂ ਸਮਝੇਗਾ ਤੇ ਬਸ ਫਿਰ ਅਗਿਆਨਤਾ ਵਿੱਚ ਤੁਰੀ ਫਿਰੀ। ਉਹ ਸਭ ਨੂੰ ਪਿਆਰ ਕਰ, ਸਭ ਨੂੰ ਗਲਵੱਕੜੀ ਦੇ ਵਿੱਚ ਲੈ। ਜੇ ਤੈਨੂੰ ਦੁਰਗੰਧ ਆਵੇ ਤੇ ਆਪਣੇ ਔਗਣਾ ਤੋਂ ਆਵੇ, ਦੂਜੇ ਦੀ ਜ਼ਾਤ ਤੋਂ ਨਾ ਆਵੇ। ਯਾਦ ਰੱਖੀ, ਪਤਾ ਨਹੀਂ ਕਿੱਥੇ ਰੱਬ ਪਹੁੰਚਾ ਸਕਦਾ ਹੈ। ਇਤਿਹਾਸ ਬਹੁਤ ਵੱਡਾ ਹੈ। ਸੋ ਗੁਰੂ ਸਾਹਿਬ ਮਿਹਰ ਕਰਨ। ਅੱਜ ਦੇ ਸ਼ਬਦ ਦੀ ਵਿਚਾਰ ਸੰਖੇਪ ਦੇ ਵਿੱਚ ਭਗਤ ਰਵਿਦਾਸ ਜੀ ਦੀ ਸਿਫਤ ਸਲਾਹ ਗੁਰੂ ਮਹਾਰਾਜ ਜੀ ਨੇ ਸੇਵਾ ਲਈ ਹੈ। ਸੱਚੇ ਪਾਤਸ਼ਾਹ ਜੀ ਮਿਹਰ ਕਰਨਾ, ਜੋ ਸੁਣਾਇਆ ਅਸੀਂ ਕੌਣ ਆ ਮੰਨਣ ਵਾਲੇ। ਆਪ ਜੀ ਮਿਹਰ ਕਰੋ ਇਹਨਾਂ ਪੰਕਤੀਆਂ ਤੇ, ਬਹੁਤਾ ਥੋੜ੍ਹਾ ਚੱਲ ਸਕੀਏ ਤੇ ਸਾਡਾ ਜੀਵਨ ਚੰਗਾ ਬਣ ਜਾਵੇ। ਇਹ ਜੋ ਵੀ ਗਿਆਨ ਹੈ ਮਹਾਰਾਜ ਜੀ ਸਦੀਵੀ ਬਣ ਜਾਏ, ਕਿਉਂਕਿ ਯਾਤਰਾ ਬੜੀ ਸਾਡੀ ਲੰਬੀ ਹੈ। ਇਸ ਸੰਸਾਰ ਦੇ ਦਿਨ ਸਾਡੇ ਥੋੜ੍ਹੇ ਨੇ, ਅਗਲੀ ਯਾਤਰਾ ਬਹੁਤ ਲੰਬੀ ਹੈ। ਇਸ ਗਿਆਨ ਦੇ ਪ੍ਰਕਾਸ਼ ਨੇ ਹੀ ਤੁਹਾਡੇ ਤੱਕ ਲੈ ਕੇ ਜਾਣਾ। ਇਹ ਗਿਆਨ ਦਾ ਜੀਵਾ ਜੋਤ ਸਦਾ ਹੀ ਮਹਾਰਾਜ ਜੀ ਜਗਦੀ ਰਵੇ। ਇਹ ਮਿਹਰ ਕਰਨੀ। ਕੱਲ ਦਾ ਸ਼ਬਦ ਬੜਾ ਪਿਆਰਾ, ਦੇਖੋ, ਦੀਵਾ ਮੇਰਾ ਏਕ, ਨਾਮ ਦੁੱਖ ਵਿੱਚ ਪਾਇਆ ਤੇਲ। ਵੀ ਦੀਵਾ ਕਿੱਦਾਂ ਜਗਦਾ ਰਹਿਣਾ, ਕੱਲ ਮਹਾਰਾਜ ਜੀ ਮਿਹਰ ਕਰਨਗੇ, ਕੀ ਸਮਝਾਉਣਗੇ। ਇੰਨੀ ਸੇਵਾ ਪ੍ਰਵਾਨ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।